ਸਲੋਕ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ 7ਵੀਂ ਅਸ਼ਟਪਦੀ ਦੇ ਨਾਲ ਇਹ ਜਿਹੜਾ ਪਾਵਨ ਸਲੋਕ ਬਖਸ਼ਿਆ ਹੈ। ਦਾਤਾਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਿਹਦੇ ਤੱਕ ਪਹੁੰਚ ਨਾ ਹੋ ਸਕੇ। ਗਮਨ ਦਾ ਮਤਲਬ ਹੁੰਦਾ ਹੈ ਜਾਣਾ, ਤੇ ਇਹਦੇ ਅੱਗੇ ਜਦੋਂ ਆਇੜਾ ਲੱਗ ਜਾਂਦਾ ਹੈ ਤੇ ਇਹ ਬਿਲਕੁਲ ਓਪੋਜ਼ਿਟ ਹੋ ਜਾਂਦਾ ਹੈ ਉਹਦਾ, ਅਗੰਮ, ਜਿੱਥੋਂ ਤੱਕ ਪਹੁੰਚ ਨਹੀਂ ਹੈ। ਇੱਕ ਸ਼ਬਦ ਵਰਤਿਆ ਜਾਂਦਾ ਹੈ, ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਤੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਜੀ ਫਲਾਣਾ ਬੰਦਾ ਪ੍ਰਲੋਕ ਗਮਨ ਕਰ ਗਿਆ। ਗਮਨ ਦਾ ਮਤਲਬ ਹੈ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਉਹ ਮਾਲਕ ਜਿਹਦੇ ਤੱਕ ਇੰਦਰੀਆਂ ਦੀ ਤੇ ਸਰੀਰ ਦੀ ਪਹੁੰਚ ਨਹੀਂ ਹੈ। ਅਗਾਧ, ਅਗਾਧ ਭਾਵ ਹੈ ਜਿਹੜਾ ਬੜਾ ਅਥਾਹ ਹੈ, ਬੇਅੰਤ ਹੈ। ਪਾਰ ਬ੍ਰਹਮ ਸੋਏ, ਅਕਾਲ ਪੁਰਖ ਵਾਹਿਗੁਰੂ ਜਿਹੜਾ ਬੇਅੰਤ ਹੈ, ਜਿਹਦੇ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੈ। ਜੋ ਜੋ ਕਹੈ, ਜਿਹੜਾ ਵੀ ਬੰਦਾ ਅਕਾਲ ਪੁਰਖ ਵਾਹਿਗੁਰੂ ਨੂੰ ਆਖਦਾ ਹੈ, ਭਾਵ ਕਿ ਉਹਦਾ ਜਾਪ ਕਰਦਾ ਹੈ, ਉਹਨੂੰ ਯਾਦ ਕਰਦਾ ਹੈ, ਸੋ ਮੁਕਤਾ ਹੋਏ, ਉਹ ਮੁਕਤ ਹੋ ਜਾਂਦਾ ਹੈ। ਇੱਥੇ ਇੱਦਾਂ ਦੀ ਮੁਕਤੀ ਨਹੀਂ ਹੈ ਵੀ ਕਿਤੇ ਇਹ ਕਹੀਏ ਵੀ ਗੁਰੂ ਸਾਹਿਬ ਇਹ ਕਹਿ ਦੇਣ ਵੀ ਕੋਈ ਮਰਨ ਤੋਂ ਬਾਅਦ ਕਿਸੇ ਦਾ ਉਪਾਅ ਕਰਦੀ ਹੈ ਤੇ ਫਿਰ ਕਿਤੇ ਮੁਕਤੀ ਹੈ, ਜਾਂ ਉਹਦੇ ਸਰੀਰ ਦੀਆਂ ਜਿਹੜੀਆਂ ਅਸਥੀਆਂ ਬਚੀਆਂ ਹੋਈਆਂ ਸੀ ਉਹ ਕਿਸੇ ਖਾਸ ਅਸਥਾਨ ਦੇ ਉੱਤੇ ਪ੍ਰਵਾਹ ਕੀਤੀਆਂ ਜਾਣ ਤੇ ਫਿਰ ਜਿਹੜਾ ਹੈ ਉਹ ਫਿਰ ਕਿਤੇ ਮਰਨ ਤੋਂ ਬਾਅਦ ਵਾਲੀ ਮੁਕਤੀ ਦੇ ਖਿਆਲ ਆ ਗਏ। ਮਹਾਰਾਜ ਕਹਿੰਦੇ ਨਹੀਂ, ਜਿਹੜਾ ਉਹਨੂੰ ਆਖਦਾ ਹੈ ਉਹ ਜਿਉਂਦੇ ਜੀ ਮੁਕਤ ਹੋ ਜਾਂਦਾ ਹੈ। ਜੋ ਜੋ ਕਹੈ ਸੋ ਮੁਕਤਾ ਹੋਏ। ਕੋਈ ਕਿਸੇ ਦੀ ਮੁਕਤੀ ਨਹੀਂ ਕਰਵਾ ਸਕਦਾ। ਇਹ ਗੁਰਮਤਿ ਦਾ ਨਜ਼ਰੀਆ ਹੈ। ਸਿਰਫ ਅਸੀਂ ਆਪਣੇ ਆਪ ਹੀ ਆਪਣੇ ਹੱਥੀਂ ਆਪਣਾ ਜਿਹੜਾ ਕਾਰਜ ਹੈ ਜ਼ਿੰਦਗੀ ਦਾ ਉਹ ਸਵਾਰ ਸਕਦੇ ਹਾਂ। ਸਤਿਗੁਰੂ ਜੀ ਦੀ ਆਸਾ ਦੀ ਵਾਰ ਦਾ ਬਚਨ ਪੜ੍ਹਦੇ ਹਾਂ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਇਸ ਕਰਕੇ ਪਹਿਲੀ ਗੱਲ ਜੋ ਸਾਡੇ ਦੇਸ਼ ਦੇ ਵਿੱਚ ਇੱਕ ਖਿਆਲ ਬਣਾ ਦਿੱਤਾ ਗਿਆ ਹੈ ਨਾ ਵੀ ਕੋਈ ਫਲਾਣਾ ਮਰਨ ਤੋਂ ਬਾਅਦ ਮੁਕਤ ਹੋ ਜਾਂਦਾ ਹੈ, ਜਾਂ ਫਲਾਣੀ ਥਾਂ ਦੇ ਉੱਤੇ ਉਹਦਾ ਸਰੀਰ ਪਾ ਦਿੱਤਾ ਜਾਵੇ ਕਿਸੇ ਵੀ ਰੂਪ ਦੇ ਵਿੱਚ ਤੇ ਫਿਰ ਕਿਤੇ ਮੁਕਤੀ ਹੁੰਦੀ ਹੈ। ਦਾਤਾਰ ਕਹਿੰਦੇ ਨਹੀਂ, ਜਿਹੜਾ ਮਾਲਕ ਨੂੰ ਆਖਦਾ ਹੈ ਉਹੀ ਮੁਕਤ ਹੁੰਦਾ ਹੈ। ਥਾਂ ਦਾ ਕੋਈ ਫਰਕ ਨਹੀਂ ਪੈਂਦਾ। ਜੋ ਜੋ ਕਹੈ ਸੋ ਮੁਕਤਾ ਹੋਏ। ਤੇ ਜਿਹੜਾ ਇਸ ਅਸ਼ਟਪਦੀ ਦਾ ਵਿਸ਼ਾ ਹੈ, ਸੁਨ ਮੀਤਾ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਐ ਮਿੱਤਰ ਮੇਰੀ ਗੱਲ ਨੂੰ ਸੁਣ। ਨਾਨਕ ਬਿਨਵੰਤਾ, ਨਾਨਕ ਬੇਨਤੀ ਕਰਦਾ ਹੈ। ਅਰਥਾਂ ਦੇ ਵਿੱਚ ਇਹਨੂੰ ਇੱਦਾਂ ਲਵਾਂਗੇ, ਵੈਸੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸਤਿਕਾਰਯੋਗ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਤਿਕਾਰਯੋਗ ਨੇ, ਪਰ ਸਤਿਗੁਰੂ ਨੇ ਫਿਰ ਵੀ ਕੀ ਕੀਤਾ? ਮਹਾਰਾਜ ਕਹਿੰਦੇ ਵੀ ਐ ਮਿੱਤਰ ਮੇਰੀ ਇਸ ਬੇਨਤੀ ਨੂੰ ਸੁਣ, ਮੇਰੀ ਇਸ ਗੱਲ ਨੂੰ ਸੁਣ। ਗੱਲ ਕਿਹੜੀ ਹੈ? ਸਾਧ ਜਨਾ ਕੀ ਅਚਰਜ ਕਥਾ। ਮੈਂ ਤੈਨੂੰ ਰੱਬ ਦੇ ਪਿਆਰਿਆਂ ਦੀ ਅਸਚਰਜ ਕਰ ਦੇਣ ਵਾਲੀ ਗੱਲ ਦੱਸਣ ਲੱਗਾ, ਹੈਰਾਨ ਕਰ ਦੇਣ ਵਾਲੀ ਗੱਲ ਦੱਸਣ ਲੱਗਾ। ਹਜ਼ੂਰ ਕਹਿੰਦੇ ਨੇ ਫਿਰ ਇਹਨੂੰ ਸੁਣੋ, ਉਹ ਮਾਲਕ ਜਿਹੜਾ ਬੇਅੰਤ ਹੈ, ਜਿਹਦੇ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੈ, ਜਿਹੜਾ ਉਸ ਮਾਲਕ ਨੂੰ ਯਾਦ ਕਰਦਾ ਹੈ ਉਹ ਮੁਕਤ ਹੋ ਜਾਂਦਾ ਹੈ। ਐ ਮਿੱਤਰ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਤੇ ਮੇਰੀ ਗੱਲ ਨੂੰ ਸੁਣ। ਤੇ ਗੱਲ ਕਿਹਨਾਂ ਦੇ ਬਾਰੇ ਮੈਂ ਕਰਨ ਲੱਗਾ ਹਾਂ? ਰੱਬ ਦੇ ਪਿਆਰਿਆਂ ਦੇ ਬਾਰੇ ਗੱਲ ਕਰਨ ਲੱਗਾ ਹਾਂ। ਇਹ ਸਾਰੀ ਅਸ਼ਟਪਦੀ ਸਾਧੂ ਦੇ ਬਾਰੇ ਹੈ। ਆਪ ਜੀ ਨੇ ਪਾਠ ਕੀਤਾ ਹੈ, ਪਾਠ ਸੁਣਦੇ ਹੋ, ਇਹਦੇ ਵਿੱਚ ਇਹ ਗੱਲ ਆਵੇਗੀ ਵੀ ਸਾਧੂ ਨੂੰ ਮਿਲ ਕੇ ਕੀ ਹੁੰਦਾ ਹੈ, ਸਾਧੂ ਨਾਲ ਮਿਲ ਕੇ ਜ਼ਿੰਦਗੀ 'ਚ ਕੀ ਬਦਲਾਅ ਆਉਂਦੇ ਨੇ, ਕੀ ਚੇਂਜਸ ਆਉਂਦੇ ਨੇ। ਤੇ ਬੇਨਤੀ ਕਰ ਦੇਵਾਂ, ਦੋ ਤਰੀਕਿਆਂ ਦੇ ਸਾਧੂ ਜਿਹੜੇ ਨੇ ਉਹਨਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੋਲਿਆ ਗਿਆ ਹੈ। ਇੱਕ ਉਹ ਜਿਹੜੇ ਵਾਕਿਆ ਹੀ ਸਾਧੂ ਹੈ ਨੇ, ਜਿਨ੍ਹਾਂ ਦੇ ਵਿੱਚੋਂ ਜਦੋਂ ਉਹ ਬੋਲਦੇ ਨੇ, ਜ਼ਿੰਦਗੀ ਜੀਂਦੇ ਨੇ ਤੇ ਲੱਗਦਾ ਵੀ ਹਾਂ ਇਹ ਸਾਧੂ ਹੈ ਨੇ। ਤੇ ਇੱਕ ਉਹ ਸਾਧੂ ਵੀ ਹੈ ਨੇ ਜਿਹੜੇ ਸਿਰਫ ਕੱਪੜੇ ਕਰਕੇ ਤੇ ਸਾਧੂ ਬਣ ਜਾਂਦੇ ਨੇ, ਪਰ ਜੀਵਨ ਕਰਕੇ ਨਹੀਂ ਬਣ ਪਾਉਂਦੇ। ਇਹ ਦੋ ਤਰੀਕਿਆਂ ਦੇ ਸਾਧੂ ਦੀ ਗੱਲ ਕੀਤੀ ਹੈ। ਮਹਾਰਾਜ ਜੀ ਦੀ ਬਾਣੀ ਦਾ ਇੱਕ ਬੋਲ ਤੁਹਾਨੂੰ ਯਾਦ ਵੀ ਹੈ,
ਹਜ਼ੂਰ ਕਹਿੰਦੇ ਨੇ, ਗਜ਼ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਹੈ ਤੇ ਉਹ ਵੀ ਸਾਧੂ ਨੇ ਨਾ। ਅੱਜ ਕੱਲ੍ਹ ਵੀ ਕਿੰਨੇ ਬਾਬੇ ਨੇ ਜਿਨ੍ਹਾਂ ਦੇ ਉੱਤੇ ਕੇਸ ਹੀ ਚੱਲੀ ਜਾਂਦੇ ਨੇ, ਪਰ ਕੇਸ ਚੱਲਦੇ ਕਿੰਨਾ ਕੰਮਾਂ ਦੇ ਨੇ, ਆਪਾਂ ਸਾਰਾ ਇਸ ਗੱਲ ਨੂੰ ਜਾਣਦੇ ਹਾਂ। ਉਹ ਇੱਕ ਪਾਸਾ ਬੋਲਿਆ ਮਹਾਰਾਜ ਨੇ, ਪਰ ਅਸਲੀ ਚੀਜ਼ ਦਾ ਹੀ ਨਕਲੀ ਆਵੇਗਾ, ਜੋ ਓਰੀਜਨਲ ਹੈ ਉਹਦਾ ਹੀ ਡੁਪਲੀਕੇਟ ਅਵੇਲੇਬਲ ਹੋਵੇਗਾ ਨਾ। ਤੇ ਹੁਣ ਸਾਡੇ ਉੱਤੇ ਇਹ ਗੱਲ ਮੁੱਕਦੀ ਹੈ ਵੀ ਅਸੀਂ ਡੁਪਲੀਕੇਟ ਨੂੰ ਵੇਖ ਕੇ ਹੀ ਕਹਿ ਦੇਣਾ ਵੀ ਓਰੀਜਨਲ ਵੀ ਕੋਈ ਚੀਜ਼ ਨਹੀਂ ਹੁੰਦੀ, ਕਿ ਜਾਂ ਇਸ ਗੱਲ ਨੂੰ ਵੇਖ ਕੇ ਕਹਿ ਦੇਣਾ ਹੈ ਕਿ ਭਾਈ ਅਸਲ ਦੇ ਜਿਹੜੇ ਓਰੀਜਨਲ ਨੇ ਉਹ ਕਿਵੇਂ ਦੇ ਹੁੰਦੇ ਨੇ। ਕਦੀ ਵੀ ਅਸੀਂ ਆਪ ਆਪਣੀ ਜ਼ਿੰਦਗੀ ਨੂੰ ਵੇਖਦੇ ਹਾਂ, ਸਾਨੂੰ ਵੀ ਪਤਾ ਵੀ ਓਰੀਜਨਲ ਗਹਿਣੇ ਵੇਖ ਕੇ ਹੀ ਡੁਪਲੀਕੇਟ ਬਣਨੇ ਸ਼ੁਰੂ ਹੋਏ। ਪਰ ਜੇ ਕੋਈ ਕਵੇ ਵੀ ਜਿਹਦੇ ਕੋਲ ਡੁਪਲੀਕੇਟ ਆ ਗਏ ਨੇ ਉਹ ਕਵੇ ਵੀ ਓਰੀਜਨਲ ਹੁੰਦੇ ਹੀ ਨਹੀਂ, ਇਹ ਤਾਂ ਫਿਰ ਮੂਰਖਤਾ ਵਾਲੀ ਗੱਲ ਹੈ ਨਾ। ਹੁਣ ਜੇ ਆਪਾਂ ਅੱਜ ਦੇ ਸਾਧੂਆਂ ਦਾ ਬਹੁਤਿਆਂ ਦਾ ਹਿਸਾਬ ਵੇਖੀਏ ਤੇ ਉਹਨਾਂ ਵੱਲ ਵੇਖ ਕੇ ਮਨ 'ਚ ਖਿਆਲ ਆ ਜਾਵੇ ਵੀ ਨਹੀਂ ਵੀ ਸਾਧੂ ਤੇ ਹੁੰਦਾ ਹੀ ਕੁਝ ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਿਲਕੁਲ ਓਪੋਜ਼ਿਟ ਗੱਲ ਕੀਤੀ ਹੈ। ਮੈਂ ਇਹ ਗੱਲ ਕਹਿ ਕੇ ਅਸ਼ਟਪਦੀ ਦੀ ਗੱਲ ਸ਼ੁਰੂ ਕਰਾਂਗਾ। ਮਹਾਰਾਜ ਜੀ ਨੇ ਅੱਜ ਪੋਜ਼ਿਟਿਵ ਗੱਲ ਕੀਤੀ ਹੈ ਵੀ ਸਾਧੂ ਦੇ ਲਾਗੇ ਬੈਠਣ ਦਾ ਸਾਨੂੰ ਕੀ ਫਾਇਦਾ ਹੁੰਦਾ ਹੈ। ਔਰ ਜਿੱਦਾਂ ਅਸੀਂ ਸਕੂਲਿੰਗ ਕਰਦੇ ਆ ਨਾ ਵੀ ਸਾਡੀ ਮੈਥ ਦੀ ਜਾਂ ਦੂਸਰੇ ਸਬਜੈਕਟਸ ਜਿਹੜੇ ਨੇ ਉਹਦੇ ਮੈਂ ਟਿਊਸ਼ਨ ਰੱਖੀ ਹੈ ਕਿਸੇ ਟੀਚਰ ਦੇ ਕੋਲ, ਤੇ ਮੇਰਾ ਟੀਚਰ ਮੈਨੂੰ ਇਸ ਗੱਲ ਦੇ ਬਾਰੇ ਪੜ੍ਹਾਉਂਦਾ ਹੈ। ਸਾਧੂ ਦੇ ਕੋਲ ਰਹਿ ਕੇ ਤੇ ਆਪਣੇ ਜੀਵਨ ਦੀ ਟਿਊਸ਼ਨ ਰੱਖੀ ਜਾਂਦੀ ਹੈ। ਇਹ ਉਹਦੇ ਕੋਲ ਬੈਠਣ ਦਾ ਇੱਕ ਫਰਕ ਹੈ। ਤੁਸੀਂ ਕਿਤੇ ਵੇਖ ਲੈਣਾ, ਬਹੁਤਾ ਨਹੀਂ, ਜ਼ਿੰਦਗੀ ਦੇ ਵਿੱਚ ਕਿਤੇ ਜਾਓਗੇ ਨਾ, ਤੇ ਮੈਂ ਇਸ ਗੱਲ ਨੂੰ ਮਾਣਦਾ ਵੀ ਹੁੰਨਾ ਤੇ ਮੈਨੂੰ ਖੁਸ਼ੀ ਵੀ ਹੈ। ਖਾਸ ਕਰਕੇ ਨਿਹੰਗ ਸਿੰਘਾਂ ਦਾ ਜੀਵਨ ਤੁਸੀਂ ਵੇਖੋਗੇ, ਸਾਡੇ ਸਾਰਿਆਂ ਦੇ ਨਾਲੋਂ ਬੜਾ ਵੱਖਰਾ ਜੀਵਨ ਹੈ, ਸਾਡੇ ਸਾਰਿਆਂ ਦੇ ਨਾਲੋਂ ਹੀ। ਇਹ ਨਹੀਂ ਵੀ ਮੈਂ ਕਹਿ ਰਿਹਾ ਹਾਂ ਤੇ ਫਿਰ ਵੇਖ ਲੈਣਾ। ਆਪ ਕਿਤੇ ਅਨੰਦਪੁਰ ਸਾਹਿਬ ਜਾਣ ਦਾ ਮੌਕਾ ਮਿਲੇ ਜਾਂ ਉਹਨਾਂ ਦੇ ਕਿਤੇ ਦਲ ਦੇ ਵਿੱਚ ਜਾਣ ਦਾ ਮੌਕਾ ਮਿਲੇ, ਵੇਖਿਓ ਇਸ ਗੱਲ ਨੂੰ ਸਾਨੂੰ ਮਹਿਸੂਸ ਹੋਵੇਗਾ ਵੀ ਸਾਨੂੰ ਜਿੱਥੇ ਖਿੱਚ ਜੀ ਲੱਗੀ ਰਹਿੰਦੀ ਹੈ ਨਾ ਵੀ ਹਾਏ ਆਹ ਵੀ ਚੀਜ਼ ਘੱਟ ਤੇ ਆਹ ਵੀ ਚੀਜ਼ ਘੱਟ, ਵੇਖੋ ਸਾਰੀ ਜ਼ਿੰਦਗੀ ਇੱਕੋ ਹੀ ਰੰਗ ਦੇ ਕੱਪੜਿਆਂ ਦੇ ਨਾਲ ਕੱਢ ਲੈਂਦੇ ਨੇ। ਕਿਤੇ ਸੌਖਾ ਪਿਆ ਹੈ ਇਸ ਚੀਜ਼ ਨੂੰ। ਜੇ ਅਸੀਂ ਆਪਣੀ ਦੁਨਿਆਵੀ ਸੋਚ ਦੇ ਨਾਲ ਸੋਚ ਕੇ ਵੇਖੀਏ, ਅਸੀਂ ਬਦਲਦੇ ਹਾਂ ਨਾ ਵੀ ਕੋਈ ਸਾਨੂੰ ਕਵੇ ਵੀ ਇਹੋ ਕੱਪੜੇ ਪਾ ਲਾ, ਤੇ ਕੀ ਕਹਿੰਦੇ ਆ ਵੀ ਹਰ ਵਾਰ ਇਹੋ ਹੀ ਕੱਪੜੇ ਪਾ ਕੇ ਜਾਵਾਂਗੇ। ਵੇਖ ਲਓ ਬਚਪਨ ਤੋਂ ਲੈ ਕੇ ਆਪਣੀ ਅੰਤਲੀ ਉਮਰ ਤੱਕ ਜਿੰਨੀ ਵੀ ਉਮਰ ਮਾਲਕ ਨੇ ਬਖਸ਼ੀ ਹੈ, ਨੀਲੇ ਬਾਣੇ ਮਹਾਰਾਜ ਨੇ ਬਖਸ਼ੇ ਨੇ, ਉਹਨਾਂ ਦੇ ਵਿੱਚ ਹੀ ਜ਼ਿੰਦਗੀ ਕੱਢ ਲੈਂਦੇ। ਉਹ ਇੱਕ ਦੁਨੀਆ ਹੀ ਵੱਖਰੀ ਹੈ ਉਹਨਾਂ ਦੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਜੇ ਕਿਤੇ ਇਹੋ ਜਿਹੇ ਬੰਦਿਆਂ ਦੇ ਲਾਗੇ ਬੈਠਣ ਦਾ ਮੌਕਾ ਮਿਲੇ ਨਾ, ਤੇ ਉਹ ਫਿਰ ਦੱਸਦੇ ਨੇ ਵੀ ਜ਼ਿੰਦਗੀ 'ਚ ਰਹਿਣੀ ਕਿੱਦਾਂ ਦੀ ਹੁੰਦੀ ਹੈ। ਸਤਿਗੁਰੂ ਨੇ ਗੱਲ ਬੋਲੀ ਹੈ, ਸਾਧ ਕੈ ਸੰਗ ਅਸ਼ਟਪਦੀ, ਸਾਧ ਕੈ ਸੰਗ ਮੁਖ ਉਜਲ ਹੋਤ। ਸਾਧੂ ਉਹ ਹੈ, ਹਜ਼ੂਰ ਕਹਿੰਦੇ ਸਾਧੂ ਦੇ ਨਾਲ ਬੈਠ ਕੇ, ਸਾਧੂ ਦੇ ਕੋਲ ਬੈਠ ਕੇ ਸਾਡੇ ਚਿਹਰੇ ਪਵਿੱਤਰ ਹੋ ਜਾਂਦੇ ਨੇ। ਜਿਹੋ ਜਿਹੋ ਜੀ ਸੰਗਤ ਤੁਹਾਡੇ ਸਾਹਮਣੇ ਪੰਕਤੀ ਲਿਖੀ ਪਈ ਹੈ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੇ ਬੰਦਾ ਗਲਤ ਬੰਦਿਆਂ 'ਚ ਬਹਿ ਗਿਆ, ਇੱਕ ਨਾ ਇੱਕ ਦਿਨ ਗਲਤ ਹਰਕਤ ਕਰ ਹੀ ਦੇਵੇਗਾ, ਉਹਨੂੰ ਉਕਸਾ ਦੇਵੇਗੀ ਸੰਗਤ। ਨਸ਼ੇ ਕਰਨ ਵਾਲਿਆਂ ਦੇ ਵਿੱਚ ਬਹਿ ਗਿਆ, ਇੱਕ ਨਾ ਇੱਕ ਦਿਨ ਆਦਤ ਪੈ ਹੀ ਜਾਵੇਗੀ, ਜਿੰਨਾ ਮਰਜ਼ੀ ਆਪਣੇ ਆਪ ਨੂੰ ਬਚਾ ਕੇ ਰੱਖ ਲਵੇ। ਤੇ ਜੇ ਸਾਧੂ ਦੀ ਸੰਗਤ ਦੇ ਵਿੱਚ ਬੈਠ ਗਿਆ ਤੇ ਇੱਕ ਨਾ ਇੱਕ ਦਿਨ ਚੰਗਾ ਹੋ ਹੀ ਜਾਵੇਗਾ, ਭਾਵੇਂ ਕਿੰਨਾ ਵੀ ਬੰਦਾ ਡਿੱਗਿਆ ਹੋਇਆ ਸੀ। ਹਜ਼ੂਰ ਕਹਿੰਦੇ ਸਾਧ ਕੈ ਸੰਗ ਮੁਖ ਉਜਲ ਹੋਤ। ਭਾਈ ਸਾਧੂ ਦੇ ਕੋਲ ਬੈਠ ਕੇ ਤੇ ਸਾਡੇ ਚਿਹਰੇ ਪਵਿੱਤਰ ਹੋ ਜਾਂਦੇ ਨੇ। ਬੰਦਾ ਇੱਦਾਂ ਕਹਿ ਲਈਏ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਨੂੰ ਬੋਲਿਆ ਹੈ ਨਾ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ। ਵੀ ਉਹਨਾਂ ਦੇ ਚਿਹਰੇ ਬੜੇ ਉਜਲ ਨੇ। ਹੁਣ ਤੇ ਸ਼ਬਦ ਵਰਤਿਆ ਨਹੀਂ ਜਾਂਦਾ, ਉਜਲਾ ਕੱਪੜਾ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚ ਕੋਈ ਦਾਗ ਨਾ ਹੋਵੇ, ਬੜਾ ਚਮਕਦਾਰ ਹੋਵੇ। ਮਹਾਰਾਜ ਕਹਿੰਦੇ ਉਹਨਾਂ ਦੇ ਮੂੰਹ ਦੇ ਉੱਤੇ ਕੋਈ ਦਾਗ ਨਹੀਂ ਹੈ, ਮੂੰਹ ਬੜੇ ਚਮਕਦਾਰ ਨੇ। ਸ਼ਾਇਦ ਆਪ ਜੀ ਹੁਕਮ ਰੂਪ ਦੇ ਵਿੱਚ ਸੁਣੋਗੇ, ਹਜ਼ੂਰ ਕਹਿੰਦੇ ਨੇ ਸਾਡੇ ਕਰੈਕਟਰ ਦੇ ਉੱਤੇ ਕੁਝ ਦਾਗ ਲੱਗ ਜਾਂਦੇ ਨੇ, ਤੇ ਜਿੱਦਾਂ ਕੱਪੜੇ ਦੇ ਦਾਗ ਦੁਖੀ ਕਰਦੇ, ਕਰੈਕਟਰ ਦੇ ਕੁਝ ਦਾਗ ਦੁਖੀ ਕਰਦੇ ਨੇ। ਸਾਧੂ ਕਿਰਪਾ ਕਰਦਾ ਹੈ, ਸਭ ਤੋਂ ਪਹਿਲਾਂ ਇਹਨਾਂ ਹੀ ਦਾਗਾਂ ਨੂੰ ਸਾਫ਼ ਕਰਦਾ ਹੈ। ਬਾਹਰ ਦੇ ਤੇ ਸਾਫ਼ ਹੋ ਜਾਣਗੇ, ਕਰੈਕਟਰ ਤੇ ਲੱਗੇ ਦਾਗ ਜਿਹੜੇ ਨੇ ਉਹ ਸਾਧੂ ਧੋਂਦਾ ਹੈ। ਸਾਧ ਕੈ ਸੰਗ ਮੁਖ ਉਜਲ ਹੋਤ, ਮੂੰਹ ਉਜਲਾ ਹੋ ਜਾਂਦਾ ਹੈ। ਕਿਵੇਂ? ਹਜ਼ੂਰ ਕਹਿੰਦੇ ਸਾਧ ਸੰਗ ਮਲ ਸਗਲੀ ਖੋਤ। ਸਾਰੀ ਜਿਹੜੀ ਅੰਦਰ ਵਿਕਾਰਾਂ ਦੀ ਮੈਲ ਹੈ, ਗਲਤੀਆਂ ਦੀ ਮੈਲ ਹੈ, ਔਗਣਾਂ ਦੀ ਮੈਲ ਹੈ, ਬੁਰੀਆਈਆਂ ਆਦਤਾਂ ਜਿਹੜੀਆਂ ਮੇਰੇ ਅੰਦਰ ਨੇ, ਹਜ਼ੂਰ ਕਹਿੰਦੇ ਸਾਰੀਆਂ ਹੀ ਸਾਧੂ ਧੋ ਕੇ ਰੱਖ ਦਿੰਦਾ ਹੈ, ਖੋ ਦਿੰਦਾ ਹੈ। ਇਸ ਕਰਕੇ ਚਿਹਰੇ ਪਵਿੱਤਰ ਹੋ ਜਾਂਦੇ ਨੇ। ਔਰ ਇਹਨੂੰ ਕਹਿ ਕੇ ਤੇ ਮੈਂ ਥੋੜ੍ਹਾ ਜਿਹਾ ਅੱਗੇ ਅਰਥਾਂ ਦੇ ਵਿੱਚ ਕਰਾਂਗਾ। ਅਸੀਂ ਜੋ ਅੰਦਰ ਸੋਚਦੇ ਪਏ ਹਾਂ, ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ,
ਗੁਜੜਾ ਲੱਧਮ ਲਾਲ ਮੱਥਿਆ ਹੀ ਪ੍ਰਗਟ ਥਿਆ। ਅਸੀਂ ਬੜੀ ਚਿੰਤਾ ਦੇ ਵਿੱਚ ਹੁੰਦੇ ਹਾਂ ਤੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਅਗਲਾ ਸਾਡਾ ਚਿਹਰਾ ਵੇਖ ਕੇ ਕਹਿ ਦਿੰਦਾ ਵੀ ਕੀ ਗੱਲ ਹੈ, ਬੜੀ ਚਿੰਤਾ ਦੇ ਵਿੱਚ ਲੱਗਦਾ। ਸਾਡੇ ਚਿਹਰੇ 'ਤੇ ਤਾਂ ਕਿਤੇ ਨਹੀਂ ਲਿਖਿਆ ਹੁੰਦਾ ਨਾ, ਅਸੀਂ ਬਿਮਾਰ ਹਾਂ, ਸਾਡੀ ਸ਼ਕਲ ਵੱਲ ਵੇਖ ਕੇ ਕਹਿ ਦਿੰਦੇ ਨੇ ਵੀ ਤੂੰ ਬਿਮਾਰ ਹੈ। ਇੱਦਾਂ ਮਹਾਰਾਜ ਕੀ ਕਹਿੰਦੇ ਨੇ, ਭਾਈ ਜੋ ਅੰਦਰ ਚੱਲਦਾ ਹੈ ਨਾ ਉਹੀ ਚਿਹਰੇ ਦੇ ਉੱਤੇ ਪ੍ਰਗਟ ਹੋ ਗਿਆ ਹੈ। ਤੇ ਜੇ ਅੰਦਰ ਮੈਲ ਨਹੀਂ ਹੈ ਤੇ ਚਿਹਰਾ ਵੀ ਪਵਿੱਤਰ ਹੈ ਤੇ ਚਿਹਰਾ ਵੀ ਚਮਕਦਾਰ ਹੈ। ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਿਮਾਨ। ਸਾਧੂ ਦੀ ਸੰਗਤ ਦੇ ਵਿੱਚ ਬੈਠ ਕੇ, ਗੁਰੂ ਦੇ ਕੋਲ ਬੈਠ ਕੇ ਹਜ਼ੂਰ ਕਹਿੰਦੇ ਨੇ ਅਭਿਮਾਨ, ਹੰਕਾਰ ਘਟ ਜਾਂਦਾ ਹੈ। ਇਹ ਵੀ ਇੱਕ ਪਾਸਾ ਹੈ। ਬਹੁਤੇ ਬੰਦੇ ਪੜ੍ਹਦੇ ਜਾਣਗੇ, ਪੜ੍ਹਨਾ ਬੁਰਾ ਨਹੀਂ, ਪਰ ਹੰਕਾਰੀ ਹੋਈ ਜਾਣਗੇ। ਗੁਰੂ ਕੀ ਕਰਦਾ, ਗੁਰੂ ਨੇ ਹਰ ਇੱਕ ਤਰੀਕੇ ਦੇ ਬੰਦੇ ਰੱਖੇ ਨੇ। ਮੈਨੂੰ ਲੱਗੇ ਨਾ ਵੀ ਮੈਂ ਇਸ ਲਾਈਨ ਦੇ ਵਿੱਚ ਬੜਾ ਵੱਡਾ ਮਾਸਟਰ ਤੇ ਮੈਨੂੰ ਹੀ ਸਾਰਾ ਕੁਝ ਪਤਾ ਹੈ, ਉਹ ਬੜੀ ਖੇਡ ਵਰਤਾਉਂਦਾ ਹੈ। ਉਹ ਕਿਸੇ ਵੇਲੇ ਨਾ ਉਹ ਇਹੋ ਜਿਹੇ ਬੰਦਿਆਂ ਦੇ ਕੋਲੋਂ ਕੰਮ ਕੁਝ ਨਾ ਕੁਝ ਕਰਵਾ ਦਿੰਦਾ ਹੈ ਜਿਨ੍ਹਾਂ ਨੂੰ ਕੁਝ ਪਤਾ ਵੀ ਨਹੀਂ ਹੁੰਦਾ। ਉਹ ਇਹੋ ਜਿਹੀ ਖੇਡ ਵਰਤਾ ਦਿੰਦਾ, ਕਿਉਂਕਿ ਹੰਕਾਰ ਤੋੜਨੇ ਹੁੰਦੇ ਨੇ ਉਹਨੇ। ਜਿਨ੍ਹਾਂ ਬੰਦਿਆਂ ਨੂੰ ਆਪਣੇ ਗੁਣਾਂ ਦਾ ਹੰਕਾਰ ਹੋ ਜਾਵੇ, ਮਹਾਰਾਜ ਕੀ ਕਰਦਾ ਹੈ, ਉਹ ਇੱਦਾਂ ਦੀ ਖੇਡ ਵਰਤਾ ਦਿੰਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਉਹ ਨਿਰਗੁਣਾਂ ਨੂੰ ਵੀ ਗੁਣ ਬਖਸ਼ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਵਿੱਚੋਂ ਅਕਸਰ ਅਸੀਂ ਇੱਕ ਘਟਨਾ ਸਾਂਝੀ ਕਰਦੇ ਹੁੰਦੇ ਹਾਂ ਵੀ ਕਵੀ ਨੂੰ ਹੰਕਾਰ ਹੋ ਗਿਆ ਵੀ ਜੋ ਮੈਂ ਕਵਿਤਾ ਲਿਖੀ ਉਹ ਤਾਂ ਕਿਸੇ ਨੂੰ ਅਰਥ ਹੀ ਨਹੀਂ ਕਰਨੇ ਆਉਣੇ ਨਾ, ਅਤੇ ਉਹ ਲੈ ਕੇ ਚੱਲਿਆ ਸੀ ਬਾਹਰ ਕਵਿਤਾ ਨੂੰ। ਅਤੇ ਫਿਰ ਉਹਦੀ ਕਵਿਤਾ ਦੇ ਅਰਥ ਕਿਹਨੇ ਕੀਤੇ? ਭਾਈ ਧੰਨਾ ਸਿੰਘ ਨੇ, ਜਿਹੜਾ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘੋੜਿਆਂ ਦੇ ਤਬੇਲੇ ਦੇ ਵਿੱਚ ਉਹਨਾਂ ਦੀ ਸੇਵਾ ਕਰਦਾ ਹੁੰਦਾ ਸੀ। ਮਹਾਰਾਜ ਕਹਿੰਦੇ ਅਭਿਮਾਨ ਤੋੜਦਾ ਹੈ। ਗੁਰਦੁਆਰੇ ਵਿੱਚ ਆ ਕੇ ਜਦੋਂ ਅਸੀਂ ਬੈਠਦੇ ਹਾਂ ਨਾ, ਅਤੇ ਮੈਨੂੰ ਬਾਹਰ ਦੀ ਦੁਨੀਆ 'ਚ ਲੱਗੇਗਾ ਵੀ ਮੈਂ ਹੀ ਮੈਂ ਹਾਂ। ਇੱਥੇ ਆ ਕੇ ਪਤਾ ਲੱਗਦਾ ਵੀ ਇੱਕ ਨੂੰ ਇੱਕ ਚੜ੍ਹਾਉਂਦੀਆਂ ਕੌਣ ਜਾਣੈ ਮੇਰਾ ਨਾਮ ਜੀਓ, ਮੈਂ ਕੀ ਹਾਂ, ਮੈਂ ਤਾਂ ਕੁਝ ਵੀ ਨਹੀਂ ਇਸ ਜ਼ਿੰਦਗੀ ਦੇ ਵਿੱਚ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਸੁਗਿਆਨ ਦਾ ਮਤਲਬ ਹੁੰਦਾ ਹੈ ਸੋਹਣਾ ਗਿਆਨ। ਗਿਆਨ ਦੋ ਤਰੀਕੇ ਦਾ ਹੈ, ਚੰਗਾ ਅਤੇ ਮਾੜਾ। ਚੰਗੀਆਂ ਗੱਲਾਂ ਵੀ ਸਾਨੂੰ ਯਾਦ ਹੋ ਜਾਂਦੀਆਂ ਅਤੇ ਮਾੜੀਆਂ ਵੀ ਯਾਦ ਹੋ ਜਾਂਦੀਆਂ ਨੇ। ਸਾਧੂ ਦੇ ਕੋਲ ਬੈਠ ਕੇ ਜਦੋਂ ਵੀ ਯਾਦ ਹੋਵੇਗਾ, ਚੰਗੀ ਗੱਲ ਹੀ ਯਾਦ ਹੋਵੇਗੀ। ਪ੍ਰਗਟੈ ਸੁਗਿਆਨ, ਅੰਦਰ ਚੰਗੀਆਂ ਗੱਲਾਂ ਤੁਰਨ ਲੱਗ ਪਈਆਂ। ਫਿਰ ਗੁਰੂ ਸਾਹਿਬ ਕਹਿੰਦੇ ਨੇ ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ। ਸਾਧੂ ਦੇ ਕੋਲ ਬੈਠਿਆਂ ਜਿਹੜਾ ਮਾਲਕ ਹੈ ਉਹ ਨੇੜੇ ਮਹਿਸੂਸ ਹੋਣ ਲੱਗ ਪੈਂਦਾ ਹੈ। ਅਸੀਂ ਗੁਰਦੁਆਰੇ ਵਿੱਚ ਇਹਨੂੰ ਸਮਝ ਲਈਏ, ਤੁਸੀਂ ਗੁਰਦੁਆਰੇ ਆਏ, ਘਰ ਦੇ ਵਿੱਚ ਪਾਠ ਕੀਤਾ ਅਤੇ ਇੱਕ ਗੱਲ ਸੁਣੀ ਵਾਰ-ਵਾਰ ਵੀ ਰੱਬ ਨੇੜੇ ਵੱਸਦਾ ਹੈ, ਰੱਬ ਨੇੜੇ ਵੱਸਦਾ ਹੈ। ਅਤੇ ਮਨ ਨੇ ਕਦੀ ਕਦੀ ਨਾ ਸੋਚਣਾ ਸ਼ੁਰੂ ਕਰ ਦਿੱਤਾ ਵੀ ਨਹੀਂ, ਨੇੜੇ ਵੱਸਦਾ ਹੈ, ਮੈਂ ਗਲਤ ਨਹੀਂ ਕਰਾਂਗਾ। ਅਤੇ ਜੇ ਕਦੀ ਸੁਣਿਆ ਹੀ ਨਾ ਹੋਵੇ, ਜੇ ਇਹ ਕਦੀ ਪਾਠ ਦੇ ਵਿੱਚ ਨਾ ਸੁਣਿਆ ਹੋਵੇ, ਗੁਰਦੁਆਰੇ ਵਿੱਚ ਸੁਣਿਆ ਹੀ ਨਾ ਹੋਵੇ, ਅਤੇ ਉਹੋ ਜਿਹੇ ਬੰਦੇ ਨੂੰ ਪਹਿਲੀ ਵਾਰ ਕਹੋ ਤਾਂ ਉਹ ਕਹੇਗਾ ਤੁਸੀਂ ਝੂਠ ਹੀ ਬੋਲੀ ਜਾਂਦੇ ਨੇ। ਮਹਾਰਾਜ ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ ਬੈਠ ਕੇ ਰੱਬ ਨੇੜੇ ਵੱਸਦਾ ਮਹਿਸੂਸ ਹੁੰਦਾ ਹੈ। ਸਾਧ ਕੈ ਸੰਗ, ਸਾਧ ਸੰਗ ਸਭ ਹੋਤ ਨਿਬੇਰਾ। ਫਿਰ ਸਾਰੇ ਆਪਣੇ ਕਰਮਾਂ ਦਾ ਨਿਬੇੜਾ ਹੋ ਜਾਂਦਾ ਹੈ, ਕਰਮਾਂ ਦਾ ਬੋਝ ਉਤਰ ਜਾਂਦਾ ਹੈ ਬੰਦੇ ਦੇ ਉੱਤੋਂ। ਸਾਧ ਕੈ ਸੰਗ ਪਾਏ ਨਾਮ ਰਤਨ। ਜਿਹੜਾ ਸਾਧੂ ਦੀ ਸੰਗਤ ਦੇ ਵਿੱਚ ਬੈਠ ਕੇ ਬੰਦਾ ਮਾਲਕ ਦਾ ਰਤਨ ਵਰਗਾ ਕੀਮਤੀ ਨਾਮ ਪਾ ਲੈਂਦਾ ਹੈ। ਵਾਹਿਗੁਰੂ ਬਖਸ਼ ਲਵੇ। ਇਹਨੂੰ ਇੱਦਾਂ ਸਮਝ ਲਈਏ, ਅਸੀਂ ਹੁਣ ਨਾ ਸਾਧੂ ਦੇ ਲਾਗੇ ਬੈਠੇ ਹੋਏ ਹਾਂ। ਸਾਧੂ ਕੌਣ ਹੈ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਬੈਠੇ ਅਸੀਂ ਸਾਰੇ ਹੀ ਲਾਗੇ ਹਾਂ। ਹੁਣ ਘਰ ਦੇ ਵਿੱਚ ਹੋਈਏ, ਭਾਵੇਂ ਅਸੀਂ ਰਹਿ ਰਸ ਕਰਦੇ, ਭਾਵੇਂ ਨਾ ਕਰਦੇ, ਪਤਾ ਨਹੀਂ ਸਾਡਾ ਟਾਈਮ ਨਿਕਲ ਜਾਂਦਾ। ਸਵੇਰੇ ਉੱਠ ਕੇ ਜਪਜੀ ਸਾਹਿਬ ਕਰਦੇ, ਨਾ ਕਰਦੇ, ਪਤਾ ਨਹੀਂ ਕਿਵੇਂ ਟਾਈਮ ਨਿਕਲ ਜਾਂਦਾ। ਪਰ ਹੁਣ ਜੇ ਗੁਰਦੁਆਰੇ ਆ ਕੇ ਬੈਠ ਗਏ ਹਾਂ ਅਤੇ ਘੱਟੋ ਘੱਟ ਬਹੁਤਾ ਨਹੀਂ ਤਾਂ ਕੁਝ ਨਾ ਕੁਝ ਤਾਂ ਰੱਬ ਦੀ ਗੱਲ ਕੰਨ ਦੇ ਵਿੱਚ ਪਏਗੀ ਨਾ। ਇਹ ਨਹੀਂ ਕਹਿੰਦਾ ਵੀ ਮੈਂ ਪਾਉਣ ਵਾਲਾ ਹਾਂ, ਮੈਂ ਤਾਂ ਆਪ ਸੁਣਦਾ ਪਿਆ ਹਾਂ। ਕੁਝ ਨਾ ਕੁਝ ਤੇ ਕੰਨ ਦੇ ਵਿੱਚ ਗੱਲ ਪੈ ਗਈ ਨਾ। ਮਹਾਰਾਜ ਕਹਿੰਦੇ ਜੇ ਸਾਧੂ ਦੇ ਕੋਲ ਬੈਠਾਂਗੇ ਨਾ ਭਾਈ, ਤੇ ਮਾਲਕ ਦਾ ਰਤਨ ਵਰਗਾ ਨਾਮ ਆਪਣੇ ਆਪ ਹੀ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਗੁਰੂ ਸਾਹਿਬ ਦੇ ਬਚਨ ਵੇਖੋ, ਸਾਧ ਕੈ ਸੰਗ ਏਕ ਉਪਰ ਯਤਨ। ਜੇ ਸਾਧੂ ਦੇ ਕੋਲ ਬੰਦਾ ਬੈਠਣਾ ਸ਼ੁਰੂ ਕਰ ਦੇਵੇ, ਉਹਦੀ ਸਿੱਖਿਆ ਲੈਣੀ ਸ਼ੁਰੂ ਕਰ ਦੇਵੇ, ਅਤੇ ਉਹਦੀਆਂ ਜਿੰਨੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਨਾ ਉਹ ਰੱਬ ਵਾਲੇ ਪਾਸੇ ਦੀਆਂ ਹੁੰਦੀਆਂ ਨੇ। ਹੋਰ ਵੀ ਯਤਨ ਬਹੁਤ ਦੁਨੀਆ ਕਰਦੀ ਹੈ, ਕੋਈ ਧਾਗਿਆਂ ਦੇ ਯਤਨ ਕਰੀ ਜਾਂਦਾ, ਕੋਈ ਨਾਰੀਅਲ ਦੇ ਯਤਨ ਕਰੀ ਜਾਂਦਾ, ਕੋਈ ਜੰਤਰਾਂ ਮੰਤਰਾਂ ਦੇ ਯਤਨ ਕਰੀ ਜਾਂਦਾ। ਸਾਧੂ ਇੱਦਾਂ ਦੇ ਯਤਨ ਨਹੀਂ ਕਰਾਉਂਦਾ। ਅਸੀਂ ਅੱਗੇ ਜਾ ਕੇ ਪੜ੍ਹਾਂਗੇ। ਸਾਧੂ ਕਹਿੰਦਾ ਵੀ ਬਸ ਧਿਆਨ ਰੱਖੋ ਮਾਲਕ ਦੇ ਵੱਲ। ਏਕ ਉਪਰ ਯਤਨ ਸਾਧ ਕੀ ਮਹਿਮਾ, ਬਰਨੈ ਕੌਣ ਪ੍ਰਾਣੀ। ਸਾਧੂ ਕਿੱਡੇ ਕਮਾਲ ਦੀ ਹਸਤੀ ਹੈ, ਕਿਹੜਾ ਬੰਦਾ ਇਹਦੇ ਬਾਰੇ ਦੱਸ ਸਕਦਾ ਹੈ? ਇਹ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਆਪ ਜੀ ਦੇ ਅੱਗੇ ਇੱਕ ਗੱਲ ਕਹਿ ਕੇ ਤੇ ਫਿਰ ਮੈਂ ਅਗਲੀ ਗੱਲ ਕਰਾਂਗਾ।
ਪ੍ਰੋਫੈਸਰ ਪੂਰਨ ਸਿੰਘ ਦੇ ਬਾਰੇ ਮੈਂ ਗੱਲ ਕਰਦਾ ਹੁੰਨਾ ਕਿਸੇ ਵੇਲੇ ਆਪ ਜੀ ਦੇ ਨਾਲ ਕਿ ਉਹ ਇੱਦਾਂ ਦੇ ਬੰਦੇ ਸੀ ਵੀ ਸਿੱਖ ਧਰਮ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਬਾਅਦ 'ਚ ਬੋਧੀ ਬਣ ਗਏ, ਸੰਨਿਆਸੀ ਵੀ ਬਣ ਗਏ। ਬਾਅਦ ਦੇ ਵਿੱਚ ਫਿਰ ਕਿਤੇ ਜ਼ਿੰਦਗੀ ਦੇ ਵਿੱਚ ਮੋੜਾ ਖਾਧਾ, ਭਾਈ ਵੀਰ ਸਿੰਘ ਮਿਲੇ ਸੀ ਅਤੇ ਭਾਈ ਵੀਰ ਸਿੰਘ ਹੋਣਾ ਦੇ ਨਾਲ ਇਹਨਾਂ ਦੀ ਕੁਝ ਸਮਾਂ ਗੱਲਬਾਤ ਚੱਲੀ ਸੀ। ਬਸ ਉਸੇ ਗੱਲਬਾਤ ਨੇ ਇੰਨਾ ਅਸਰ ਕੀਤਾ ਵੀ ਵਾਪਸ ਸਿੱਖੀ ਦੇ ਵਿੱਚ ਆ ਗਏ। ਇਹ ਹੁੰਦਾ ਹੈ ਕਿਸੇ ਦੇ ਬੰਦੇ ਦਾ ਅਸਰ ਵੀ ਜਿਹਨੂੰ ਮੈਂ ਮਿਲਦਾ ਹਾਂ ਉਹ ਕਿੰਨੀ ਚੜ੍ਹਦੀ ਕਲਾ ਵਾਲਾ ਬੰਦਾ ਹੈ। ਹਜ਼ੂਰ ਕਹਿੰਦੇ ਨੇ ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ, ਕਿਹੜਾ ਬੰਦਾ ਹੈ ਜਿਹੜਾ ਸਾਧੂ ਦੇ ਬਾਰੇ ਦੱਸ ਸਕਦਾ ਹੈ। ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ, ਅਤੇ ਸਾਧੂ ਦੀ ਜਿਹੜੀ ਸੋਭਾ ਹੈ ਉਹ ਤਾਂ ਇੱਦਾਂ ਹੈ ਵੀ ਉਹ ਰੱਬ ਦੇ ਵਿੱਚ ਸਮਾ ਦੇਣ ਵਾਲੀ ਹੈ, ਸਾਡੀ ਵੀ ਸਮਾਈ ਰੱਬ ਦੇ ਵਿੱਚ ਕਰ ਦੇਵੇਗੀ। ਫਿਰ ਗੁਰੂ ਸਾਹਿਬ ਕਹਿੰਦੇ ਸਾਧ ਕੈ ਸੰਗ ਅਗੋਚਰ ਮਿਲੇ। ਅਜੇ ਉਹਦੇ ਨਾਲ ਬੈਠਣ ਦੇ ਬਾਰੇ ਦੱਸਿਆ ਜਾ ਰਿਹਾ ਹੈ, ਉਹ ਕੀ ਹੈ ਉਹ ਤੇ ਅੱਗੇ ਜਾ ਕੇ ਗੱਲ ਆਵੇਗੀ। ਸਾਧ ਕੈ ਸੰਗ ਅਗੋਚਰ ਮਿਲੇ, ਉਹ ਮਾਲਕ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਉਹ ਮਾਲਕ ਮਿਲ ਜਾਂਦਾ ਹੈ। ਸਾਧ ਕੈ ਸੰਗ ਸਦਾ ਪ੍ਰਫੁੱਲੇ, ਜਿਹੜਾ ਬੰਦਾ ਸਾਧੂ ਦੀ ਸੰਗਤ ਦੇ ਵਿੱਚ ਰਹਿੰਦਾ ਹੈ ਨਾ, ਸਦਾ ਹੀ ਖਿੜਿਆ ਰਹਿੰਦਾ ਹੈ, ਪ੍ਰਫੁੱਲਿਤ ਹੋ ਕੇ ਰਹਿੰਦਾ ਹੈ, ਬੜੀ ਚੜ੍ਹਦੀ ਕਲਾ ਦੇ ਵਿੱਚ। ਉਹਨਾਂ ਦੇ ਚਿਹਰੇ ਇੱਦਾਂ ਨਹੀਂ ਆਉਣਗੇ ਵੀ ਲਟਕੇ ਜੇ ਪਏ ਨੇ ਚਿਹਰੇ, ਉਹ ਉਜਲੇ ਮੁਖ ਵਾਲੇ ਨੇ, ਜੋ ਅਸੀਂ ਪਹਿਲਾਂ ਪੜ੍ਹ ਕੇ ਆਏ ਹਾਂ। ਹਜ਼ੂਰ ਦੇ ਬਚਨ ਵੇਖੋ, ਸਾਧ ਕੈ ਸੰਗ ਆਵਹਿ ਬਸ ਪੰਚਾ, ਸਾਧੂ ਦੀ ਸੰਗਤ ਦੇ ਵਿੱਚ ਬੈਠਿਆਂ ਕੀ ਹੋ ਜਾਂਦਾ ਹੈ, 5 ਵਿਕਾਰ ਵਸ ਦੇ ਵਿੱਚ ਆ ਜਾਂਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਜਿਹੜੇ ਨੇ ਇਹ ਵਸ ਦੇ ਵਿੱਚ ਆ ਜਾਂਦੇ ਨੇ। ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧੂ ਦੀ ਸੰਗਤ ਦੇ ਵਿੱਚ ਮਾਲਕ ਦੇ ਅੰਮ੍ਰਿਤ ਰਸ ਰੂਪੀ ਨਾਮ ਨੂੰ ਬੰਦਾ ਪੁੰਚਦਾ ਹੈ, ਖਾਂਦਾ ਹੈ, ਮਤਲਬ ਬਾਣੀ ਦਾ ਆਨੰਦ ਮਾਣਦਾ ਹੈ, ਉਹਨੂੰ ਚੰਗੀ ਲੱਗਣ ਲੱਗ ਪੈਂਦੀ ਹੈ ਇਹ ਗੱਲ। ਸਾਧ ਸੰਗ ਹੋਏ ਸਭ ਕੀ ਰੇਨ, ਸਾਧੂ ਦੇ ਕੋਲ ਬੈਠ ਕੇ ਬੰਦੇ ਦਾ ਹੰਕਾਰ ਸ਼ਾਂਤ ਹੁੰਦਾ ਹੈ, ਬੰਦਾ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਮੰਨਦਾ ਹੈ। ਔਰ ਇਸੇ ਕਰਕੇ ਸਾਡੇ ਗੁਰਦੁਆਰਿਆਂ ਦੇ ਵਿੱਚ ਨਾ ਇਹ ਚੀਜ਼ ਸਿਖਾਈ ਜਾਂਦੀ ਹੁੰਦੀ ਹੈ। ਆਪਾਂ ਅਕਸਰ ਇਸ ਗੱਲ ਨੂੰ ਕਹਿੰਦੇ ਹੁੰਦੇ ਹਾਂ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੀ ਚੀਜ਼ ਨੂੰ ਬਾਹਰ ਦੇ ਲੋਕ ਬੜਾ ਬੁਰਾ ਜਿਹਾ ਮੰਨਦੇ ਨੇ ਨਾ, ਗੁਰਦੁਆਰਿਆਂ ਵਿੱਚ ਵੇਖੋ ਉਹਨੂੰ ਕਿੰਨਾ ਪ੍ਰੈਫਰ ਕੀਤਾ ਜਾਂਦਾ ਹੈ। ਅਸੀਂ ਅਕਸਰ ਜਾਂਦੇ ਹਾਂ ਵਿਆਹਾਂ ਦੇ ਉੱਤੇ ਅਤੇ ਅਸੀਂ ਵੇਖੋ ਆਪਣੀ ਪਲੇਟ ਜੂਠੀ ਕੀਤੀ ਹੋਵੇ, ਕਿਸੇ ਦੂਸਰੇ ਦੀ ਕੀਤੀ ਹੋਵੇ, ਅਸੀਂ ਕਦੀ ਚੁੱਕਦੇ ਹਾਂ ਵੀ ਅਸੀਂ ਚੁੱਕਾਂਗੇ, ਪਤਾ ਵੀ ਵੇਟਰ ਆਏਗਾ ਤਾਂ ਚੁੱਕੇਗਾ। ਪਰ ਤੁਸੀਂ ਵੇਖੋ ਗੁਰਦੁਆਰੇ ਦੇ ਵਿੱਚ ਵੀ ਅਸੀਂ ਛਕਦੇ ਹਾਂ, ਅਸੀਂ ਆਪਣਾ ਛਕ ਲਿਆ, ਨਾਲ 10 ਜਾਣੇ ਦੀ ਪਲੇਟ ਲੈ ਕੇ ਜਾਂਦੇ ਹਾਂ ਵੀ ਚਲੋ ਮੈਂ ਸੇਵਾ ਕਰ ਲਵਾਂ। ਇਹ ਕੀ ਹੋ ਗਿਆ? ਜਿਹੜੀ ਚੀਜ਼ ਬਾਹਰ ਇੰਨੀ ਬੁਰੀ ਮੰਨੀ ਜਾ ਰਹੀ ਹੈ, ਉਹ ਗੁਰਦੁਆਰਿਆਂ ਦੇ ਵਿੱਚ ਇੰਨਾ ਪ੍ਰੈਫਰ ਕਿਉਂ ਕੀਤਾ ਵੀ ਅਸੀਂ ਸੰਗਤ ਨੂੰ ਆਪਣੇ ਤੋਂ ਉੱਚਾ ਮੰਨਦੇ ਹਾਂ ਅਤੇ ਅਸੀਂ ਨੀਵੇਂ ਹਾਂ। ਬਾਹਰ ਸਾਡਾ ਕਿਸੇ ਦੇ ਜੋੜਿਆਂ ਨੂੰ, ਬੂਟਾਂ ਨੂੰ ਹੱਥ ਲੱਗ ਜਾਵੇ ਅਤੇ ਅਸੀਂ ਕੀ ਸੋਚਦੇ ਹਾਂ ਵੀ ਸਾਨੂੰ ਬਾਹਰ ਕੋਈ ਕਵੇ ਵੀ ਮੇਰੇ ਆਹ ਜਿਹੜੇ ਬੂਟ ਨੇ ਇਹਨਾਂ ਨੂੰ ਬੰਨ੍ਹ ਦੇ। ਕੌਣ ਬੰਨ੍ਹਦਾ ਹੈ? ਪਰ ਗੁਰਦੁਆਰੇ ਵਿੱਚ ਵੇਖ ਲਓ, ਆਪਾਂ ਜਾਂਦੇ ਹਾਂ, ਲੋਕ ਪੋਲਿਸ਼ ਕਰਕੇ ਵੀ ਵਾਪਸ ਦੇ ਦਿੰਦੇ ਨੇ। ਇਹ ਕੀ ਹੈ? ਆਪਣੇ ਆਪ ਨੂੰ ਨੀਵਾਂ ਮੰਨਣਾ ਵੀ ਜਿਹੜੀ ਸੰਗਤ ਹੈ ਉਹ ਮੇਰੇ ਤੋਂ ਉੱਚੀ ਹੈ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ, ਬੈਨ ਦਾ ਮਤਲਬ ਹੁੰਦਾ ਹੈ ਬੋਲ। ਸਾਧੂ ਦੇ ਕੋਲ ਰਹਿ ਕੇ ਬੰਦੇ ਦੀ ਬੋਲੀ ਚੰਗੀ ਹੋ ਜਾਂਦੀ ਹੈ। ਜਿਹੜੇ ਪਹਿਲਾਂ ਚੰਗੇ ਨਹੀਂ ਨਾ ਬੋਲਦੇ, ਗੁਰੂ ਦੇ ਕੋਲ ਬੈਠਣਾ ਜਾਂ ਸ਼ੁਰੂ ਕਰ ਦਿੰਦੇ ਤੇ ਬੋਲਣਾ ਚੰਗਾ ਹੋ ਜਾਂਦਾ ਹੈ ਉਹਨਾਂ ਦਾ। ਸਾਧ ਕੈ ਸੰਗ ਨਾ ਕਤਹੁ ਧਾਵੈ, ਸਾਧੂ ਦੀ ਸੰਗਤ ਦੇ ਵਿੱਚ ਬੈਠ ਕੇ ਬੰਦੇ ਦਾ ਮਨ ਫਿਰ ਡੋਲਦਾ ਨਹੀਂ ਹੈ, ਹੌਲੀ ਹੌਲੀ ਵਸ ਦੇ ਵਿੱਚ ਆ ਜਾਂਦਾ ਹੈ। ਸਾਧ ਸੰਗ ਅਸਥਿਤ ਮਨ ਪਾਵੈ, ਮਨ ਚੰਗੀ ਤਰ੍ਹਾਂ ਸਥਿਤ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਸਾਧ ਕੈ ਸੰਗ ਮਾਇਆ ਤੇ ਭਿੰਨ, ਬੰਦਾ ਮਾਇਆ ਤੋਂ ਆਪਣੇ ਆਪ ਨੂੰ ਭਿੰਨ ਕਰ ਲੈਂਦਾ ਹੈ, ਮਾਇਆ ਦੇ ਪ੍ਰਭਾਵ ਤੋਂ ਵੱਖਰਾ ਕਰ ਲੈਂਦਾ ਹੈ। ਜਿਹੜੀਆਂ ਚੀਜ਼ਾਂ ਬਾਕੀ ਜਾਣਿਆਂ ਨੂੰ ਦੁਖੀ ਕਰਦੀਆਂ ਨੇ ਉਹਨਾਂ ਨੂੰ ਨਹੀਂ ਦੁਖੀ ਕਰਦੀਆਂ। ਹਜ਼ੂਰ ਕਹਿੰਦੇ ਨੇ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ, ਜੇ ਸਾਧੂ ਦੀ ਸੰਗਤ ਦੇ ਵਿੱਚ ਰਹੀਏ ਨਾ ਤਾਂ ਰੱਬ ਵੀ ਜ਼ਿੰਦਗੀ ਦੇ ਵਿੱਚ ਖੁਸ਼ ਹੋ ਜਾਂਦਾ ਹੈ, ਸਾਡੇ ਉੱਤੇ ਖੁਸ਼ ਹੋ ਜਾਂਦਾ ਹੈ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਦੀ ਸੰਗਤ ਦੇ ਵਿੱਚ ਰਹਿਣ ਕਰਕੇ ਜਿਹੜੇ ਪਹਿਲਾਂ ਸਾਨੂੰ ਸਾਡੇ ਵੈਰੀ ਲੱਗਦੇ ਨੇ ਨਾ, ਉਹ ਵੀ ਸਾਡੇ ਮਿੱਤਰ ਹੋ ਜਾਂਦੇ। ਇਹ ਇੱਕ ਸਾਡੇ ਸਟੇਟ ਮਾਈਂਡ ਦੀ ਸਟੇਟ ਹੀ ਹੈ ਵੀ ਸਾਨੂੰ ਇੰਝ ਲੱਗਦਾ ਵੀ ਆਹ ਮੇਰਾ ਬੜਾ ਫਾਇਦਾ ਸੋਚਣ ਵਾਲਾ ਅਤੇ ਆਹ ਮੇਰਾ ਬੜਾ ਬੁਰਾ ਸੋਚਦਾ ਹੈ, ਅਤੇ ਇਹ ਸਾਨੂੰ ਅੱਧੇ ਮਿੱਤਰ ਲੱਗਣ ਲੱਗ ਪਏ, ਅੱਧੇ ਸਾਡੇ ਵੈਰੀ ਲੱਗਣ ਲੱਗ ਪਏ। ਹੈ ਸਾਰੇ ਇੱਕੋ ਜਿਹੇ, ਜਿਹੜੇ ਮੇਰੇ ਮਿੱਤਰ ਨੇ ਹੋ ਸਕਦਾ ਉਹ ਦੂਜਿਆਂ ਦੇ ਵੈਰੀ ਹੋਣ, ਜਿਹੜੇ ਦੂਜਿਆਂ ਦੇ ਵੈਰੀ ਨੇ ਹੋ ਸਕਦਾ ਮੇਰੇ ਮਿੱਤਰ ਹੋਣ। ਇੱਦਾਂ ਦੁਨੀਆ ਚੱਲਦੀ ਰਹਿੰਦੀ ਹੈ। ਦਿਲ ਦੇ ਵਿੱਚ ਕਿਸੇ ਦੇ ਨਾਲ ਵੀ ਸਾਡਾ ਵੈਰ ਨਹੀਂ, ਇੱਦਾਂ ਨਹੀਂ ਵੀ ਹਾਂ ਨਾਰਾਜ਼ਗੀ ਕਈਆਂ ਦੇ ਨਾਲ ਹੋ ਸਕਦੀ ਹੈ, ਇਹ ਜ਼ਿੰਦਗੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸਾਧ ਕੀ ਸੁਜਨਤਾਈ ਪਾਹਨ ਕੀ ਰੇਖ, ਪ੍ਰੀਤ ਬੈਰ ਤੋਂ ਪਖਾਨ ਰੇਖ, ਵਿਸ਼ੇਖ ਸਾਧ ਸੰਗ ਮੈਂ। ਕਹਿੰਦੇ ਕਿ ਸਾਧੂ ਦੀ ਜਿਹੜੀ
ਕਿਸੇ ਦੇ ਨਾਲ ਮੰਨ ਲਓ ਨਾਰਾਜ਼ਗੀ ਹੈ, ਕਿਸੇ ਦੇ ਨਾਲ ਕੋਈ ਗੱਲਬਾਤ ਹੋ ਗਈ ਹੈ, ਤਾਂ ਉਹ ਇੱਦਾਂ ਹੈ ਵੀ ਜਿੱਦਾਂ ਜੇ ਕਿਸੇ ਨਾ ਪਾਣੀ ਦੇ ਵਿੱਚ ਲਕੀਰ ਮਾਰ ਦਿੱਤੀ ਹੋਵੇ। ਪਾਣੀ ਦੇ ਵਿੱਚ ਲਕੀਰ ਹੁਣ ਕਿੰਨਾ ਕੁ ਚਿਰ ਹੈ, ਬਸ ਉਸੇ ਵੇਲੇ ਹੋਈ ਤੇ ਗੱਲ ਖਤਮ ਹੋ ਗਈ। ਇਹ ਨਹੀਂ ਵੀ ਮੈਂ ਹੁਣ ਇਹਨੂੰ ਕਿਹਾ ਤੇ ਮੈਂ ਸਾਰੀ ਜ਼ਿੰਦਗੀ ਚੇਤੇ ਰੱਖਣਾ, ਨਹੀਂ, ਜਦੋਂ ਕਹਿ ਦਿੱਤਾ ਤੇ ਗੱਲ ਖਤਮ ਹੋ ਗਈ। ਪਰ ਕਹਿੰਦੇ ਦੂਜੇ ਪਾਸੇ ਦੁਰਜਨਤਾ ਅਸਾਧ ਪ੍ਰੀਤ ਉਹਦੀ ਜਿਹੜੀ ਆ ਉਹ ਜਲ ਰੇਖ ਵਰਗੀ ਹੈ। ਦੁਰਜਨਤਾ ਅਸਾਧ ਪ੍ਰੀਤ ਜਲ ਰੇਖ, ਬੈਰ ਤੋਂ ਪਖਾਨ ਰੇਖ, ਸੇਖ ਅੰਗ ਅੰਗ ਮੈਂ। ਤੇ ਪਰ ਕਹਿੰਦੇ ਉਹਦਾ ਪਿਆਰ ਜਿਹੜਾ ਹੈ ਨਾ, ਪਿਆਰ ਤੇ ਪਾਣੀ ਦੀ ਲੀਕ ਦੇ ਵਾਂਗੂ ਹੈ ਵੀ ਉਹਨਾਂ ਦੇ ਨਾਲ ਕੋਈ ਚੰਗਾ ਕਰੋ ਤੇ ਉਹਨੂੰ ਉਹ ਤੇ ਚੇਤਾ ਭੁੱਲ ਜਾਣਾ, ਪਰ ਉਹਨੂੰ ਕੁਝ ਮਾੜਾ ਕਹੋ ਉਹਨੂੰ ਪੱਥਰ ਤੇ ਲਕੀਰ ਹੈ ਵੀ ਇਹ ਨਹੀਂ ਮਿਟਦਾ, ਉਹਨੇ ਚੇਤਾ ਹੀ ਕਰੀ ਜਾਣਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਸਾਧੂ ਕੀ ਕਰਦਾ ਹੈ, ਅੰਦਰੋਂ ਦੁਸ਼ਮਣੀ ਖਤਮ ਕਰਦਾ ਹੈ। ਸਾਧ ਸੰਗ ਦੁਸ਼ਮਣ ਸਭ ਮੀਤ, ਜਿਹੜੇ ਦੁਸ਼ਮਣ ਨੇ ਨਾ ਉਹ ਵੀ ਮਿੱਤਰ ਲੱਗਣ ਲੱਗ ਪੈਂਦੇ ਨੇ, ਮਤਲਬ ਬੰਦਾ ਉਹਨਾਂ ਦਾ ਵੀ ਮਾੜਾ ਨਹੀਂ ਸੋਚਦਾ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਸਾਧੂ ਕੈ ਸੰਗ ਮਹਾ ਪੁਨੀਤ, ਸਾਧੂ ਦੀ ਸੰਗਤ ਦੇ ਵਿੱਚ ਬੈਠ ਕੇ ਬੰਦਾ ਮਹਾ ਪਵਿੱਤਰ ਹੋ ਜਾਂਦਾ ਹੈ, ਬੜੀ ਚੜ੍ਹਦੀ ਕਲਾ ਵਾਲਾ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਸਾਧ ਸੰਗ ਕਿਸ ਸਿਓ ਨਹੀਂ ਬੈਰ, ਸਾਧੂ ਦੀ ਸੰਗਤ ਕਰੀਏ ਤੇ ਕਿਸੇ ਦੇ ਨਾਲ ਵੀ ਵੈਰ ਨਹੀਂ ਰਹਿ ਜਾਂਦਾ। ਮੈਂ ਫਿਰ ਕਹਿ ਦੇਵਾਂ, ਕੁਝ ਬੰਦੇ ਸਾਡੀ ਜ਼ਿੰਦਗੀ 'ਚ ਇੱਦਾਂ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਰੋਜ਼ ਮਿਲਦੇ ਹਾਂ, ਕੁਝ ਉਹ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਦੀ ਕਦੀ ਮਿਲਦੇ ਹਾਂ, ਕੁਝ ਉਹ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਦੀ ਨਹੀਂ ਮਿਲੇ ਹੁੰਦੇ। ਪਰ ਇੱਕ ਚੀਜ਼ ਵੇਖਿਓ, ਅਸੀਂ ਅਸਲ ਦੇ ਵਿੱਚ ਇੱਕ ਹਾਲਤ ਸਾਡੀ ਇਹ ਹੋ ਜਾਂਦੀ ਹੈ ਵੀ ਫਜ਼ੂਲ ਹੀ ਬੰਦਾ ਵੈਰ ਕਰਨ ਲੱਗ ਪੈਂਦਾ ਹੈ, ਈਰਖਾ ਕਰਨ ਲੱਗ ਪੈਂਦਾ ਹੈ, ਸਾੜਾ ਕਰਨ ਲੱਗ ਪੈਂਦਾ ਹੈ। ਸਾਧੂ ਇਹਨਾਂ ਗੱਲਾਂ ਦਾ ਇਲਾਜ ਕਰਦਾ ਹੈ, ਕਿਸੇ ਦੇ ਨਾਲ ਕੋਈ ਵੈਰ ਨਹੀਂ, ਕਿਸੇ ਦੇ ਨਾਲ ਕੋਈ ਗਿਲਾ ਨਹੀਂ। ਸਾਧ ਸੰਗ ਕਿਸ ਸਿਓ ਨਹੀਂ ਬੈਰ, ਸਾਧ ਕੈ ਸੰਗ ਨਾ ਬਿੰਗਾ ਪੈਰ। ਪੈਰ ਗਲਤ ਪਾਸੇ ਜਾਂਦਾ ਹੀ ਨਹੀਂ, ਵਿੰਗੇ ਪਾਸੇ ਜਾਣਾ ਨਾ, ਪੰਜਾਬੀ ਦਾ ਇੱਕ ਲਫ਼ਜ਼ ਹੈ ਵਿੰਗਾ, ਮਤਲਬ ਟੇਢੇ ਪਾਸੇ ਚਲੇ ਜਾਣਾ, ਪੈਰ ਗਲਤ ਪਾਸੇ ਚਲੇ ਗਏ। ਸਾਧੂ ਇੱਦਾਂ ਮਾਈਂਡ ਬਦਲ ਦਿੰਦਾ ਹੈ। ਮਹਾਰਾਜ ਕਹਿੰਦੇ ਮਨ ਗਲਤ ਪਾਸੇ ਜਾਂਦਾ ਹੀ ਨਹੀਂ। ਸਾਧ ਕੈ ਸੰਗ ਨਾ ਹੀ ਕੋ ਮੰਦਾ, ਸਾਧੂ ਦੀ ਸੰਗਤ ਦੇ ਵਿੱਚ ਰਿਹਾ ਕੋਈ ਮੰਦਾ ਲੱਗਦਾ ਹੀ ਨਹੀਂ। ਕਿਹਨੂੰ ਕਹੀਏ ਵੀ ਉਹ ਮਾੜਾ ਹੈ, ਵੀ ਉਹਦੀ ਜ਼ਾਤੀ ਨੀਵੀਂ ਹੈ ਤੇ ਇਸ ਕਰਕੇ ਬੁਰਾ ਹੈ, ਉਹ ਪੈਸੇ ਕਰਕੇ ਮੇਰੇ ਤੋਂ ਪਿੱਛੇ ਹੈ ਤੇ ਇਸ ਕਰਕੇ ਨੀਵਾਂ ਹੈ, ਨਹੀਂ। ਸਤਿਗੁਰੂ ਕਹਿੰਦੇ ਕੋਈ ਮੰਦਾ ਲੱਗਦਾ ਹੀ ਨਹੀਂ। ਇਹ ਮਹਾਰਾਜ ਨੇ ਪ੍ਰੈਕਟੀਕਲ ਸਿਖਾਇਆ ਸਾਨੂੰ। ਸੰਗਤ ਦੇ ਵਿੱਚ ਅਸੀਂ ਕਿਸੇ ਨਾਲ ਵਿਤਕਰਾ ਥੋੜ੍ਹਾ ਕਰਕੇ ਬੈਠਦੇ ਹਾਂ ਵੀ ਤੂੰ ਨੀਵਾਂ ਤੇ ਮੇਰੇ ਤੋਂ ਪਿੱਛੇ ਜਾ ਕੇ ਬੈਠ ਤੇ ਮੈਂ ਉੱਚਾ ਤਾਂ ਮੈਂ ਅੱਗੇ ਆ ਕੇ ਬੈਠਾਂਗਾ, ਨਹੀਂ। ਹਜ਼ੂਰ ਕਹਿੰਦੇ ਨੇ ਨਾ ਹੀ ਕੋ ਮੰਦਾ, ਕੋਈ ਬੁਰਾ ਲੱਗਦਾ ਹੀ ਨਹੀਂ, ਸਾਰੇ ਚੰਗੇ ਲੱਗਦੇ ਨੇ। ਸਾਧ ਸੰਗ ਜਾਣੇ ਪਰਮਾਨੰਦਾ, ਸਾਧੂ ਦੀ ਸੰਗਤ ਦੇ ਵਿੱਚ ਪਰਮ ਆਨੰਦ ਦੇਣ ਵਾਲੇ ਮਾਲਕ ਨੂੰ ਬੰਦਾ ਜਾਣਦਾ ਹੈ। ਸਾਧ ਕੈ ਸੰਗ ਨਾ ਹੀ ਹਉ ਤਾਪ, ਤਾਪ ਬੁਖਾਰ, ਕਈਆਂ ਨੂੰ ਹਉਮੈ ਦਾ ਬੁਖਾਰ ਹੋਇਆ ਹੁੰਦਾ ਹੈ। ਹਜ਼ੂਰ ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ ਜਾਈਏ ਨਾ ਤੇ ਇਹ ਹਉਮੈ ਦਾ ਬੁਖਾਰ ਉਤਰਦਾ ਹੈ। ਸਭ ਤੋਂ ਪਹਿਲਾਂ ਹਉਮੈ ਦਾ ਬੁਖਾਰ ਇਹ ਹੁੰਦਾ ਨਾ, ਜਦੋਂ ਬੁਖਾਰ ਚੜਿਆ ਹੋਵੇ ਤੇ ਬੰਦਾ ਕੁਝ ਵੀ ਹੋਵੇ ਉਹਨੂੰ ਸਵਾਦ ਨਹੀਂ ਲੱਗਦਾ, ਮੂੰਹ ਦਾ ਟੇਸਟ ਬਦਲ ਜਾਂਦਾ ਨਾ। ਇੱਦਾਂ ਜਿਹਨਾਂ ਨੂੰ ਹਉਮੈ ਦਾ ਬੁਖਾਰ ਹੋਵੇ ਨਾ, ਉਹਨਾਂ ਨੂੰ ਸ਼ਬਦ ਨਹੀਂ ਸੁਣਦਾ, ਉਹਨਾਂ ਨੂੰ ਸੇਵਾ ਕਰਨੀ ਚੰਗੀ ਨਹੀਂ ਲੱਗਦੀ। ਉਹ ਸੋਚਦੇ ਨੇ ਵੀ ਮੈਂ ਐਡਾ ਵੱਡਾ ਬੰਦਾ ਤਾਂ ਮੈਂ ਬਾਲਟੀ ਕਿਉਂ ਫੜਾਂਗਾ। ਉਹਨਾਂ ਨੂੰ ਲੱਗਦਾ ਵੀ ਮੈਂ ਐਡਾ ਵੱਡਾ ਬੰਦਾ ਤਾਂ ਮੈਂ ਭਾਂਡੇ ਕਿਉਂ ਚੁੱਕਾਂ ਝੂਠੇ ਕਿਸੇ ਦੇ। ਹਜ਼ੂਰ ਕਹਿੰਦੇ ਸਾਧੂ ਕੀ ਕਰਦਾ ਹੈ, ਹਉਮੈ ਦਾ ਬੁਖਾਰ ਲਾਉਂਦਾ ਹੈ ਸਭ ਤੋਂ ਪਹਿਲਾਂ, ਵੀ ਆਪਣੀ ਹਉਮੈ ਨੀਵੀਂ ਕਰ, ਈਗੋ ਘੱਟ ਕਰ। ਇਸ ਕਰਕੇ ਸਾਧ ਕੈ ਸੰਗ ਤਜੈ ਸਭ ਆਪ, ਆਪਾ ਭਾਵ ਗਵਾ ਦਿੰਦਾ ਹੈ, ਹਉਮੈ ਗਵਾ ਦਿੰਦਾ ਹੈ। ਹਜ਼ੂਰ ਕਹਿੰਦੇ ਨੇ ਆਪੇ ਜਾਣੈ ਸਾਧ ਵਡਾਈ, ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਧੂ ਦੀ ਵਡਿਆਈ ਨੂੰ ਜਾਣਦਾ ਹੈ ਕਿ ਸਾਧੂ ਕਿੰਨਾ ਬੇਅੰਤ ਹੈ। ਨਾਨਕ ਸਾਧ ਪ੍ਰਭੂ ਬਣ ਆਈ, ਸਾਧੂ ਦੀ ਤੇ ਪ੍ਰਭੂ ਦੀ ਆਪਸ ਦੇ ਵਿੱਚ ਬੜੀ ਗੂੜੀ ਮਿੱਤਰਤਾ ਹੈ। ਇਹਨਾਂ ਦੋਵਾਂ ਦੀ ਆਪਸੀ ਬੜੀ ਸਾਂਝ ਹੈ, ਭਾਵ ਕਿ ਦੋਵੇਂ ਇੱਕ ਦੂਸਰੇ ਦੇ ਵਿੱਚ ਇੱਕਮਿਕ ਨੇ। ਸਾਧੂ ਹਰ ਵੇਲੇ ਉਹਨੂੰ ਜਾਣਦਾ ਹੈ। ਦਾਤਾਰ ਜੀ ਦੇ ਅਗਲੇ ਬਚਨ, ਸਾਧ ਕੈ ਸੰਗ ਨਾ ਕਬਹੂ ਧਾਵੈ, ਸਾਧੂ ਦੀ ਸੰਗਤ ਦੇ ਵਿੱਚ ਰਿਆਂ ਮਨ ਭਟਕਦਾ ਨਹੀਂ ਹੈ ਬੰਦੇ ਦਾ। ਸਾਧ ਕੈ ਸੰਗ ਸਦਾ ਸੁਖ ਪਾਵੈ, ਸਾਧੂ ਦੀ ਸੰਗਤ ਦੇ ਵਿੱਚ ਰਿਆਂ ਬੰਦਾ ਸਦਾ ਹੀ ਸੁਖ ਮਾਣਦਾ ਹੈ। ਇੱਕ ਤੇ ਇਹ ਭਾਵ ਹੈ, ਕਿਉਂਕਿ ਵਾਰ-ਵਾਰ ਸੰਗ ਸ਼ਬਦ ਆ ਰਿਹਾ ਹੈ। ਅਸਲ ਦੇ ਵਿੱਚ ਜਿੱਦਾਂ ਸਕੂਲਾਂ ਦੇ ਵਿੱਚ ਇੱਕ ਖੇਡ ਹੁੰਦੀ ਹੈ ਨਾ, ਵੀ ਅਸੀਂ ਸਕੂਲ ਰਹਿੰਦੇ ਹਾਂ, ਲਗਭਗ 24 ਘੰਟਿਆਂ ਦੇ ਵਿੱਚੋਂ 6 ਘੰਟੇ ਸਾਡੇ ਸਕੂਲ ਨਿਕਲੇ। ਜੇ ਪੂਰੀ ਜ਼ਿੰਦਗੀ ਦੀ ਗੱਲ ਕਰੀਏ ਤੇ ਸਕੂਲ, ਕਾਲਜ ਤੇ ਯੂਨੀਵਰਸਿਟੀ ਦਾ ਟਾਈਮ ਪਾ ਲਈਏ ਤੇ ਅਸੀਂ ਲਗਭਗ 20-22 ਸਾਲ ਜਿਹੜੇ ਯੂਨੀਵਰਸਿਟੀ ਦੇ ਵਿੱਚ ਗਏ, 25 ਸਾਲ 30 ਸਾਲ ਤੱਕ, ਸਾਰੇ ਨਹੀਂ, ਲਗਭਗ ਨੋਰਮਲ ਏਜ ਜਿਹੜੀ ਹੈ ਉਹ ਐਵਰੇਜ ਵੀ 25 ਸਾਲ ਤੱਕ ਬੰਦਾ ਯੂਨੀਵਰਸਿਟੀ ਤੱਕ ਰਹਿੰਦਾ ਹੈ।
ਹੁਣ ਜੋ ਉਹਨੇ 25 ਸਾਲਾਂ ਦੇ ਵਿੱਚ ਸਿੱਖਿਆ ਹੈ, ਜਿੰਨੀ ਵੀ ਉਹਦੀ ਅੱਗੇ ਉਮਰ ਹੈ, 75 ਸਾਲ ਹੈ, 70 ਸਾਲ ਹੈ, ਉਦੋਂ ਤੱਕ ਕੰਮ ਆਉਣਾ ਹੈ। ਇਹ ਨਹੀਂ ਵੀ ਸਕੂਲ ਦਾ ਸਿੱਖਿਆ ਹੈ ਤੇ ਸਕੂਲ ਦੇ ਵਿੱਚ ਹੀ ਰਹਿ ਗਿਆ। ਸਾਡੇ ਸਾਰਿਆਂ ਦੇ ਨਾਲ ਇੱਦਾਂ ਹੋਇਆ। ਹੁਣ ਤੇ ਅਸੀਂ ਨਹੀਂ ਨਾ ਪੜ੍ਹਦੇ, ਸਕੂਲਾਂ ਦਾ ਪੜ੍ਹਿਆ ਹੀ ਸਾਡੇ ਕੰਮ ਆ ਰਿਹਾ ਨਾ। ਇੱਦਾਂ ਹੀ ਸਾਧੂ ਦੇ ਸੰਗ ਰਹਿਣ ਦਾ ਇੱਕ ਮਤਲਬ ਤੇ ਇਹ ਹੈ ਵੀ ਜਿੱਦਾਂ ਹੁਣ ਅਸੀਂ ਬੈਠੇ ਹਾਂ, ਅਸੀਂ ਹੁਣ ਵੀ ਉਹਦੇ ਕੋਲ ਬੈਠੇ ਹਾਂ, ਪਰ ਜਿੱਦਾਂ ਘਰ ਚਲੇ ਜਾਵਾਂਗੇ ਉਦੋਂ ਵੀ ਉਹ ਚੀਜ਼ ਸਾਡੇ ਨਾਲ ਰਵੇ, ਫਿਰ ਮੈਂ ਵਾਕਿਆ ਹੀ ਸਾਧੂ ਦੇ ਨਾਲ ਰਹਿ ਰਿਹਾ ਹਾਂ। ਜਿਹੜੇ ਬੱਚੇ ਨੂੰ ਸਕੂਲ ਦਾ ਪੜ੍ਹਾਇਆ ਸਕੂਲੇ ਭੁੱਲ ਜਾਵੇ, ਅਸੀਂ ਕੀ ਕਹਿ ਸਕਦੇ ਹਾਂ ਉਹਦੇ ਬਾਰੇ? ਸਮਿਤ ਮੇਰੇ, ਮੈਨੂੰ ਇੱਥੇ ਦਾ ਕਿਆ ਇੱਥੇ ਹੀ ਭੁੱਲ ਜਾਵੇ, ਫਿਰ ਮੈਂ ਉਹਦੇ ਨਾਲ ਥੋੜ੍ਹਾ ਰਹਿੰਦਾ ਹਾਂ। ਉਹ ਤਾਂ ਮਹਾਰਾਜ ਕਹਿੰਦੇ ਨੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਮੈਂ ਘਰ ਵੀ ਹੋਵਾਂ, ਘਰ ਵੀ ਮੇਰੇ ਨਾਲ, ਇੱਥੇ ਹੋਵਾਂ ਤੇ ਇੱਥੇ ਵੀ ਮੇਰੇ ਨਾਲ। ਇਸ ਕਰਕੇ ਸਾਧ ਕੈ ਸੰਗ ਸਦਾ ਸੁਖ ਪਾਵੈ। ਬੰਦਾ ਜਿੱਥੇ ਜਾਂਦਾ ਉੱਥੇ ਸੁਖੀ ਹੈ। ਸਾਧ ਸੰਗ ਬਸਤ ਅਗੋਚਰ ਲਹੈ। ਨਾਮ ਜਿਹੜਾ ਬੜੀ ਅਗੋਚਰ ਵਸਤੂ ਹੈ, ਇੰਦਰੀਆਂ ਦੀ ਪਹੁੰਚ ਤੋਂ ਬਾਹਰ ਵਸਤੂ ਹੈ, ਉਹ ਮਿਲ ਜਾਂਦੀ ਹੈ ਸਾਧੂ ਦੀ ਸੰਗਤ ਦੇ ਵਿੱਚ ਬੈਠ ਕੇ। ਸਾਧੂ ਕੈ ਸੰਗ ਅਜਰ ਸਹਿ। ਜਰਨਾ, ਬਰਦਾਸ਼ਤ ਕਰਨਾ। ਕੁਝ ਗੱਲਾਂ ਹੁੰਦੀਆਂ ਨੇ ਸਾਡੇ ਲੈਵਲ ਦੇ ਉੱਤੇ, ਅਸੀਂ ਬੜੀਆਂ ਸੌਖੀਆਂ ਬਰਦਾਸ਼ਤ ਕਰ ਜਾਂਦੇ ਹਾਂ, ਪਰ ਕੁਝ ਗੱਲਾਂ ਨਹੀਂ ਬਰਦਾਸ਼ਤ ਹੁੰਦੀਆਂ। ਉਹੀ ਬੁਖਾਰ ਛੋਟੇ ਬੱਚੇ ਨੂੰ ਹੋਵੇ, ਉਹਦੇ ਕੋਲੋਂ ਨਹੀਂ ਬਰਦਾਸ਼ਤ ਹੁੰਦਾ। ਸਾਡੀ ਏਜ ਦੇ ਵਿੱਚ ਕਿਸੇ ਨੂੰ ਹੋ ਜਾਵੇ ਤੇ ਵੇਖ ਲਓ, ਆਰਾਮ ਦੇ ਨਾਲ ਬਰਦਾਸ਼ਤ ਕਰ ਲੈਂਦੇ ਹਾਂ। ਇਹ ਕੀ ਹੈ? ਸਰੀਰ ਦੀ ਤਾਕਤ, ਵੀ ਕਿੰਨਾ ਕੁ ਅਸੀਂ ਬਰਦਾਸ਼ਤ ਕਰ ਸਕਦੇ ਹਾਂ। ਇੱਦਾਂ ਹੀ ਇੱਕ ਮਾਈਂਡ ਪਾਵਰ ਹੁੰਦੀ ਹੈ ਵੀ ਕੁਝ ਵਾਪਰ ਗਿਆ, ਇਹ ਨਹੀਂ ਵੀ ਮੈਂ ਉਸੇ ਵੇਲੇ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ। ਥੋੜ੍ਹੀ ਜਿਹੀ ਗੱਲ ਕਹੀ ਤੇ ਉਸੇ ਵੇਲੇ ਬਾਉਂਸ ਬੈਕ ਹੋ ਗਿਆ। ਇਹ ਕੀ ਕਹਿੰਦੇ ਨੇ? ਵੀ ਭਾਂਡਾ ਛੇਤੀ ਖੜਕ ਗਿਆ। ਇੱਕ ਹੁੰਦੇ ਨੇ ਵੀ ਜਿੰਨਾ ਮਰਜ਼ੀ ਕੁਝ ਕਹਿ ਲਓ, ਬਰਦਾਸ਼ਤ ਕਰਨ ਦੀ ਪਾਵਰ ਬੜੀ ਹੁੰਦੀ ਹੈ ਨਾ। ਮਹਾਰਾਜ ਕਹਿੰਦੇ ਨੇ ਅਜਰ ਸਹਿ। ਜਿਹੜਾ ਨਹੀਂ ਵੀ ਨਾ ਬਰਦਾਸ਼ਤ ਕੀਤਾ ਜਾ ਸਕਦਾ, ਸਾਧੂ ਦੀ ਸੰਗਤ ਦੇ ਵਿੱਚ ਰਹਿ ਕੇ ਬੰਦਾ ਉਸ ਗੱਲ ਨੂੰ ਵੀ ਬਰਦਾਸ਼ਤ ਕਰਨਾ ਸਿੱਖ ਲੈਂਦਾ ਹੈ। ਬਰਦਾਸ਼ਤ ਕਰਨ ਦਾ ਮਤਲਬ ਚੁੱਪ ਕਰਨਾ ਨਹੀਂ ਹੁੰਦਾ। ਬਰਦਾਸ਼ਤ ਕਰਨ ਦਾ ਮਤਲਬ ਹੁੰਦਾ ਹੈ ਵੀ ਸਾਡਾ ਮਾਈਂਡ ਇੰਨਾ ਤਗੜਾ ਹੈ ਵੀ ਸਾਨੂੰ ਕੋਈ ਥੋੜ੍ਹਾ ਜਿਹਾ ਵੀ ਆ ਕੇ ਹਿਲਾਉਣ ਦੀ ਕੋਸ਼ਿਸ਼ ਕਰੇ ਵੀ ਮੈਂ ਹੁਣੇ ਵੇਖਦਾ ਵੀ ਇਹ ਕਿੰਨੀ ਕੁ ਤਾਕਤ ਦਾ ਮਾਲਕ ਹੈ, ਤੇ ਮੈਂ ਅੱਗੋਂ ਉਸੇ ਵੇਲੇ ਓਵਰ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ। ਇਹ ਹੁੰਦਾ ਹੈ ਵੀ ਮੇਰੇ ਕੋਲੋਂ ਜਰਿਆ ਨਹੀਂ ਗਿਆ, ਬਰਦਾਸ਼ਤ ਨਹੀਂ ਹੋਇਆ। ਸਾਧੂ ਸਾਡਾ ਮਾਈਂਡ ਤਗੜਾ ਕਰਦਾ ਹੈ। ਅਜਰ ਸਹਿ। ਹਜ਼ੂਰ ਕਹਿੰਦੇ ਨੇ ਸਾਧ ਕੈ ਸੰਗ ਬਸੈ ਥਾਨ ਉੱਚੈ। ਫਿਰ ਉਹੀ ਸਟੇਟ ਆਫ ਮਾਈਂਡ ਉਹਦੀ ਉੱਚੀ ਹੋ ਜਾਂਦੀ ਹੈ। ਬੰਦਾ ਉੱਚੀ ਅਵਸਥਾ ਦੇ ਵਿੱਚ ਵਿਚਰਦਾ ਹੈ। ਸਾਧੂ ਕੈ ਸੰਗ ਮਹਿਲ ਪਹੁੰਚੈ। ਮਾਲਕ ਦੇ ਘਰ ਦੇ ਵਿੱਚ ਪਹੁੰਚ ਜਾਂਦਾ ਹੈ। ਮਹਿਲ ਦਾ ਮਤਲਬ ਜਿੱਦਾਂ ਸਾਡਾ ਘਰ ਹੋ ਗਿਆ, ਇੱਦਾਂ ਰੱਬ ਦੇ ਘਰ ਦੇ ਵਿੱਚ ਪਹੁੰਚ ਜਾਂਦਾ ਹੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ। ਧਰਮ ਦਾ ਮਤਲਬ ਫਰਜ਼। ਸਾਧੂ ਇੱਦਾਂ ਦਾ ਨਹੀਂ ਹੁੰਦਾ ਜਿਹੜਾ ਕਹਿੰਦਾ ਵੀ ਤੁਸੀਂ ਆਪਣੇ ਫਰਜ਼ ਨਹੀਂ ਨਿਭਾਉਣੇ। ਸਾਧੂ ਸਗੋਂ ਕਹਿੰਦਾ ਵੀ ਆਪਣੇ ਫਰਜ਼ਾਂ ਨੂੰ ਪਹਿਚਾਣੋ। ਮੈਂ ਆਪ ਜੀ ਦੇ ਅੱਗੇ ਬੇਨਤੀ ਰੱਖ ਦੇਵਾਂ, ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਹੈ, ਆਪ ਜੀ ਜਾਣਦੇ ਹੋਵੋਗੇ। ਉੱਥੇ ਇੱਕ ਬਾਬਾ ਜੀ ਨੇ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਆਪ ਜੀ ਸ਼ਾਇਦ ਨਾਮ ਸੁਣਦੇ ਹੋਵੋਗੇ। ਹੁਣ ਉਹ ਇੱਦਾਂ ਦੇ ਨੇ, ਕਿਉਂਕਿ ਬਹੁਤੇ ਜਿਹੜੇ ਕਾਰ ਸੇਵਾ ਵਾਲੇ ਸਾਧੂ ਨੇ ਉਹ ਵਿਆਹ ਨਹੀਂ ਕਰਾਉਂਦੇ। ਅਤੇ ਮੈਂ ਬੇਨਤੀ ਕਰ ਦੇਵਾਂ, ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਅਤੇ ਇਲਾਕੇ ਤੋਂ ਬਾਹਰ ਵੀ ਇੰਨੇ ਦਰਖਤ ਲਵਾਏ ਨੇ ਵੀ ਜਿੰਨੇ ਸ਼ਾਇਦ ਕਹਿੰਦੇ ਕਹਾਉਂਦੇ ਪਰਿਵਾਰਾਂ ਵਾਲਿਆਂ ਵੀ ਨਹੀਂ ਲਵਾਏ ਹੋਣੇ, ਕਿਉਂਕਿ ਲੋੜ ਜ਼ਿਆਦਾ ਪਰਿਵਾਰਾਂ ਵਾਲਿਆਂ ਨੂੰ ਹੈ। ਸਾਧੂ ਨੂੰ ਕੀ ਹੈ? ਸਾਧੂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਮੌਜ ਦੇ ਵਿੱਚ ਹੈ ਨਾ। ਉਹਨਾਂ ਨੇ ਇੰਨੀ ਸੇਵਾ ਦਰਖਤਾਂ ਦੀ ਕਰਵਾਈ ਹੈ। ਆਲੇ ਦੁਆਲੇ ਉਹ ਸਾਰਾ ਇਲਾਕਾ, ਜਦੋਂ ਕਿਤੇ ਸੜਕਾਂ 'ਤੇ ਵੇਖਾਂਗੇ ਤਾਂ ਬਹੁਤ ਜ਼ਿਆਦਾ ਦਰਖਤ ਨਜ਼ਰ ਆਉਂਦੇ ਨੇ। ਉਹ ਕਿਉਂ ਹੋ ਗਏ? ਉਹਨਾਂ ਨੇ ਫਰਜ਼ ਪਹਿਚਾਣਿਆ ਵੀ ਭਾਈ ਅਸੀਂ ਸਿਰਫ ਜ਼ਿੰਦਗੀ ਦੇ ਵਿੱਚ ਰੋਟੀਆਂ ਖਾਣ ਨਹੀਂ ਆਏ, ਅਸੀਂ ਜ਼ਿੰਦਗੀ ਦੇ ਵਿੱਚ ਸੇਵਾ ਕਰਨ ਦੇ ਲਈ ਆਏ। ਮਹਾਰਾਜ ਕਹਿੰਦੇ ਜਿਹੜਾ ਆਪ ਸਾਧੂ ਫਰਜ਼ ਦੇ ਵਿੱਚ ਪੱਕਾ ਹੈ ਨਾ, ਉਹ ਸਾਨੂੰ ਵੀ ਇਹ ਨਹੀਂ ਕਹੇਗਾ ਵੀ ਜਾਓ ਵਿਹਲੇ ਬਹਿ ਜਾਓ ਘਰਾਂ ਦੇ ਵਿੱਚ ਜਾ ਕੇ। ਉਹ ਕਹੇਗਾ ਕਮਾਈ ਕਰੋ, ਪਰ ਇਮਾਨਦਾਰੀ ਦੀ ਕਮਾਈ ਕਰੋ, ਮਿਹਨਤ ਕਰੋ, ਪਰ ਚੰਗੀ ਤਰੀਕੇ ਨਾਲ। ਇਹ ਨਾ ਹੋਵੇ ਵੀ ਬਸ ਉਹ ਇਹ ਕਵੇ ਵੀ ਨਹੀਂ ਬੈਠੇ ਰਹੋ ਤੇ ਰੱਬ ਤੁਹਾਡੇ ਮੂੰਹ ਦੇ ਵਿੱਚ ਆਪੇ ਰੋਟੀ ਪਾ ਦੇਵੇਗਾ। ਇੱਦਾਂ ਦੀ ਗੱਲ ਨਹੀਂ ਕਰਦਾ। ਉਹ ਕਹਿੰਦਾ ਆਪਣੇ ਫਰਜ਼ ਪਹਿਚਾਣੋ। ਤੁਹਾਡੇ ਪਰਿਵਾਰ ਦੇ ਕੀ ਫਰਜ਼ ਨੇ, ਤੁਹਾਡੇ ਧਰਮ ਦੇ ਕੀ ਫਰਜ਼ ਨੇ, ਤੁਹਾਡੇ ਸਮਾਜ ਪ੍ਰਤੀ ਕੀ ਫਰਜ਼ ਨੇ, ਉਹਨਾਂ ਨੂੰ ਪਹਿਚਾਣੋ। ਸਾਧ ਕੈ ਸੰਗ ਦ੍ਰਿੜੈ ਸਭ ਧਰਮ। ਬੰਦਾ ਇਹਨਾਂ ਧਰਮਾਂ ਨੂੰ, ਆਪਣੇ ਫਰਜ਼ਾਂ ਨੂੰ ਪਹਿਚਾਣਦਾ ਹੈ। ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਕੇਵਲ ਤੇ ਕੇਵਲ ਮਾਲਕ ਦੇ ਵੱਲ ਉਹਦਾ ਧਿਆਨ ਹੋ ਜਾਂਦਾ ਹੈ। ਸਾਧ ਕੈ ਸੰਗ ਪਾਏ ਨਾਮ ਨਿਧਾਨ। ਹਜ਼ੂਰ ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ ਬੈਠ ਕੇ ਨਾਮ ਖਜ਼ਾਨਾ ਪਾ ਲੈਂਦਾ ਹੈ ਮਨੁੱਖ। ਨਾਨਕ ਸਾਧੂ ਕੈ ਕੁਰਬਾਨ। ਹਜ਼ੂਰ ਕਹਿੰਦੇ ਭਾਈ ਅਸੀਂ ਤੇ ਉਸ ਸਾਧੂ ਤੋਂ ਕੁਰਬਾਨ ਜਾਂਦੇ ਹਾਂ। ਸਾਧ ਕੈ ਸੰਗ ਸਭ ਕੁੱਲ ਉਧਾਰੈ। ਜਿਨ੍ਹਾਂ ਘਰਾਂ ਦੇ ਵਿੱਚ ਗੁਰੂ ਨਾਨਕ ਦੀ ਸਿੱਖਿਆ ਆ ਗਈ ਨਾ,
ਉਹ ਬੰਦਾ ਆਪ ਤੇ ਤਰਿਆ ਉਹਨੇ ਪਰਿਵਾਰ ਵੀ ਤਾਰ ਲਿਆ। ਸਾਧ ਕੈ ਸੰਗ ਸਭ ਕੁਲ ਉਧਾਰੇ, ਆਪਣੀਆਂ ਕੁਲਾਂ ਤਾਰ ਲੈਂਦਾ ਹੈ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ, ਉਹੋ ਜੀ ਮਤ ਦੇ ਕੇ ਆਪਣੇ ਮਿੱਤਰਾਂ ਨੂੰ, ਆਪਣੇ ਸੱਜਣਾ ਨੂੰ, ਪਰਿਵਾਰ ਨੂੰ ਵੀ ਤਾਰ ਲੈਂਦਾ ਹੈ। ਸਾਧੂ ਕੈ ਸੰਗ ਸੋ ਧਨ ਪਾਵੇ, ਜਿਸ ਧਨ ਤੇ ਸਭ ਕੋ ਵਰਸਾਵੇ। ਹਜ਼ੂਰ ਕਹਿੰਦੇ ਉਹਦੇ ਅੰਦਰ ਉਹ ਖਜ਼ਾਨਾ ਆ ਜਾਂਦਾ ਹੈ, ਉਹ ਧਨ ਆ ਜਾਂਦਾ ਹੈ ਜਿਹਦੇ ਨਾਲ ਬਾਕੀ ਸਾਰੀ ਦੁਨੀਆ ਨੂੰ ਹਰਿਆ ਭਰਿਆ ਕਰ ਸਕਦਾ ਹੈ। ਇੱਕ ਬੇਨਤੀ ਕਹਿ ਕੇ ਤੇ ਅਗਲੀ ਗੱਲ ਕਰਾਂਗਾ। ਜੋ ਮੈਂ ਮਹਿਸੂਸ ਕੀਤਾ ਹੈ, ਹੋ ਸਕਦਾ ਹੈ ਆਪ ਜੀ ਇਹਦੇ ਤੋਂ ਥੋੜ੍ਹਾ ਜਿਹਾ ਡਿਫਰੈਂਟ ਸੋਚਦੇ ਹੋਵੋਗੇ। ਜਿੱਦਾਂ ਦੇ ਸਾਡੇ ਆਲੇ ਦੁਆਲੇ ਹਾਲਾਤ ਨੇ ਨਾ, ਸਾਨੂੰ ਦਵਾਈਆਂ ਦੇ ਨਾਲੋਂ ਕਾਉਂਸਲਿੰਗ ਦੀ ਜ਼ਿਆਦਾ ਜ਼ਰੂਰਤ ਹੈ। ਅੱਜ ਸਾਨੂੰ ਉਨੀ ਦਵਾਈਆਂ ਦੀ ਲੋੜ ਨਹੀਂ ਹੈ। ਆਲੇ ਦੁਆਲੇ ਇੱਕ ਅਫਵਾਹ ਫੈਲਦੀ ਹੈ, ਸਾਡੇ ਮਾਈਂਡ ਦੇ ਉੱਤੇ ਇੰਨਾ ਜ਼ਿਆਦਾ ਅਸਰ ਕਰਦੀ ਹੈ ਵੀ ਸਾਡੇ ਕੋਲੋਂ 8-10 ਦਿਨ ਉਹਦੇ ਵਿੱਚੋਂ ਨਿਕਲਿਆ ਹੀ ਨਹੀਂ ਜਾਂਦਾ। ਸਾਧੂ ਕੀ ਕਰਦਾ ਹੈ? ਸਾਧੂ ਦਾ ਔਰਾ ਐਡਾ ਜ਼ਬਰਦਸਤ ਹੈ, ਸਾਡੀ ਕਾਉਂਸਲਿੰਗ ਹੋ ਜਾਂਦੀ ਹੈ। ਇਹ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਕਦੋਂ ਸਾਡੇ ਨਾਲ ਹੋ ਗਿਆ। ਇਸ ਕਰਕੇ ਗੁਰੂ ਸਾਹਿਬ ਇੱਥੇ ਕੀ ਕਹਿ ਰਹੇ ਨੇ, ਉਹ ਅੰਦਰ ਇੱਦਾਂ ਦੀ ਚੀਜ਼ ਪਾ ਦਿੰਦਾ ਹੈ ਵੀ ਅਸੀਂ ਜਿਹਦੇ ਲਾਗੇ ਬੈਠਦੇ ਹਾਂ ਉਹਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਲੈ ਆਉਂਦੇ ਹਾਂ। ਆਪ ਤੇ ਅਸੀਂ ਰਹਿੰਦੇ ਹੀ ਰਹਿੰਦੇ ਹਾਂ। ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ। ਧਰਮ ਰਾਜ ਵੀ ਫਿਰ ਸੇਵਾ ਕਰਦਾ ਹੈ, ਜਿਹਦੇ ਤੋਂ ਸਾਰੀ ਦੁਨੀਆ ਡਰਦੀ ਹੈ, ਉਹ ਆ ਕੇ ਸੇਵਾ ਕਰਦਾ ਹੈ। ਸਾਧ ਕੈ ਸੰਗ ਸੋਭਾ ਸੁਰ ਦੇਵਾ, ਮਹਾਰਾਜ ਕਹਿੰਦੇ ਦੇਵਤਿਆਂ ਦੇ ਵਿੱਚ ਵੀ ਉਸ ਬੰਦੇ ਦੀ ਸੋਭਾ ਹੈ, ਸਾਧੂ ਦੀ ਸੰਗਤ ਦੇ ਵਿੱਚ ਰਿਹਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧੂ ਦੇ ਨਾਲ ਰਹਿਣ ਕਰਕੇ ਸਾਰੇ ਪਾਪ ਚਲੇ ਜਾਂਦੇ ਨੇ। ਸਾਧ ਸੰਗ ਅੰਮ੍ਰਿਤ ਗੁਣ ਗਾਇਣ, ਬੰਦਾ ਨਾਮ ਨੂੰ, ਬਾਣੀ ਨੂੰ ਗਾਉਂਦਾ ਹੈ ਸੰਗਤ ਦੇ ਵਿੱਚ ਰਹਿ ਕੇ। ਸਾਧ ਕੈ ਸੰਗ ਸਰਬ ਥਾਨ ਗਮ, ਬੰਦੇ ਦੀ ਜਿਹੜੀ ਪਹੁੰਚ ਹੈ ਉਹ ਹਰ ਥਾਂ ਦੇ ਉੱਤੇ ਹੋ ਜਾਂਦੀ ਹੈ, ਭਾਵ ਉਹਦੀ ਅਵਸਥਾ ਉੱਚੀ ਹੋ ਜਾਂਦੀ ਹੈ। ਦੂਸਰਿਆਂ ਦੇ ਮਾਈਂਡ ਤੱਕ ਪਹੁੰਚ ਨੂੰ ਸਮਝ ਲਓ ਵੀ ਦੂਸਰਿਆਂ ਦੇ ਫੇਸ ਦੇ ਉੱਤੇ, ਦੂਸਰਿਆਂ ਦੇ ਅੰਦਰ ਕੀ ਚੱਲਦਾ ਪਿਆ ਹੈ, ਇਹ ਉਹਦੇ ਲਈ ਬਹੁਤੀਆਂ ਵੱਡੀਆਂ ਗੱਲਾਂ ਨਹੀਂ ਨੇ। ਉਹ ਪਹਿਚਾਣ ਲੈਂਦਾ ਹੈ ਇਹਨਾਂ ਗੱਲਾਂ ਨੂੰ। ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧੂ ਦੀ ਸੰਗਤ ਦੇ ਵਿੱਚ ਰਹਿ ਕੇ ਇਹ ਜਨਮ ਸਕਾਰਤ ਹੋ ਜਾਂਦਾ ਹੈ, ਸਫਲ ਹੋ ਜਾਂਦਾ ਹੈ। ਸਾਧ ਕੈ ਸੰਗ ਨਹੀਂ ਕਛ ਘਾਲ, ਫਿਰ ਉਹਨੂੰ ਬਹੁਤੇ ਕਰਮ ਕਾਂਡਾਂ ਵਾਲੀ ਘਾਲਣਾ ਨਹੀਂ ਕਰਨੀ ਪੈਂਦੀ। ਇੱਕ ਹੁੰਦੀ ਹੈ ਬੜੀ ਘਾਲਣਾ ਤੇ ਵਿੱਚੋਂ ਕੁਝ ਨਿਕਲਦਾ ਨਾ ਹੋਵੇ, ਵਿੱਚੋਂ ਕੁਝ ਫਾਇਦਾ ਨਾ ਹੋਵੇ। ਇੱਕ ਹੁੰਦੀ ਹੈ ਘਾਲਣਾ ਥੋੜ੍ਹੀ ਪਰ ਵਿੱਚੋਂ ਨਿਕਲਿਆ ਬਹੁਤ ਕੁਝ। ਵਾਹਿਗੁਰੂ ਕਿਰਪਾ ਕਰੇ, ਪਾਣੀ ਦੇ ਵਿੱਚ ਮਧਾਣੀ ਪਾ ਕੇ ਕੋਈ 8 ਘੰਟੇ ਬੈਠਾ ਰਹੇ, ਕੀ ਨਿਕਲੇਗਾ? ਬਾਹਾਂ ਥੱਕਣਗੀਆਂ ਬਸ, ਹੋਰ ਕੁਝ ਨਹੀਂ ਹੋਵੇਗਾ, ਬਿਜਲੀ ਵੇਸਟ ਹੋਵੇਗੀ। ਪਰ ਜੇ ਕਿਸੇ ਬੰਦੇ ਨੇ ਦੁੱਧ ਰਿੜਕਣਾ ਸ਼ੁਰੂ ਕਰ ਦਿੱਤਾ ਤੇ ਅੱਧੇ ਘੰਟੇ ਬਾਅਦ ਹੀ ਉਹਨੂੰ ਰਿਜ਼ਲਟ ਪਤਾ ਲੱਗ ਜਾਵੇਗਾ ਵੀ ਦੁੱਧ ਰਿੜਕਣ ਦਾ ਕੀ ਫਾਇਦਾ ਹੋਇਆ। ਕਰਮ ਕਾਂਡ ਇੱਦਾਂ ਦੀ ਚੀਜ਼ ਹੈ ਵੀ ਪਾਣੀ ਰਿੜਕੀ ਜਾਓ ਸਾਰੀ ਜ਼ਿੰਦਗੀ, ਵਿੱਚੋਂ ਕੁਝ ਨਿਕਲੇ ਨਾ ਨਿਕਲੇ ਕੁਝ ਨਹੀਂ ਪਤਾ। ਪਰ ਕੀ ਹੈ, ਜਿਹੜੀ ਇਸ ਵਿਚਾਰ ਨੂੰ ਸੁਣ ਲੈਣਾ, ਕੀਰਤਨ ਨੂੰ ਸੁਣ ਲੈਣਾ। ਮੈਂ ਫਿਰ ਕਹਿ ਦੇਵਾਂ ਇਹ ਨਹੀਂ ਵੀ ਮੈਂ ਕਰਦਾ ਹਾਂ ਤੇ ਤਾਂ ਕਰਕੇ ਕਹਿ ਰਿਹਾ ਹਾਂ, ਨਹੀਂ। ਸੁਖਮਨੀ ਸਾਹਿਬ ਨੂੰ ਸੁਣ ਲਿਆ, ਇੱਕ ਨਾ ਇੱਕ ਗੱਲ ਇੱਦਾਂ ਦੀ ਸਾਡੇ ਪੱਲੇ ਆ ਗਈ ਵੀ ਸਮਝ ਲਓ ਦੁੱਧ ਰਿੜਕ ਲਿਆ, ਸਾਨੂੰ ਕੁਝ ਰਿਜ਼ਲਟ ਮਿਲ ਗਿਆ, ਸਾਨੂੰ ਕੁਝ ਹਾਸਲ ਹੋ ਗਿਆ। ਤੁਸੀਂ ਅੱਧਾ ਘੰਟਾ ਬੈਠੋਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮੈਂ ਮਾफ़ੀ ਮੰਗਦਾ ਹਾਂ ਆਪ ਜੀ ਤੋਂ ਇਸ ਗੱਲ ਦੀ, ਤੇ ਇਹ ਕਹਿ ਲਵਾਂ ਮਾਣ ਮਹਿਸੂਸ ਹੋਵੇਗਾ, ਕੁਝ ਨਾ ਕੁਝ ਜ਼ਰੂਰ ਸਿੱਖ ਕੇ ਜਾਓਗੇ। ਇਹ ਨਹੀਂ ਵੀ ਮੈਂ ਸਿਖਾਉਣ ਵਾਲਾ ਹਾਂ, ਫਿਰ ਕਹਿ ਰਿਹਾ ਹਾਂ ਅਸੀਂ ਸਾਰੇ ਸਿੱਖਣ ਲਈ ਬੈਠੇ ਹਾਂ। ਉਹ ਕੀ ਹੈ, ਬੰਦਾ ਕਰਮ ਕਾਂਡਾਂ ਲਈ ਨਹੀਂ। ਹੁਣ ਮੈਂ ਤੁਹਾਨੂੰ ਕਹਿ ਦਾਂ ਵੀ ਪਾਠ ਸੁਣਨਾ ਬੰਦ ਕਰੋ ਤੇ ਬਾਹਰ ਜਾ ਕੇ ਤੁਸੀਂ ਉਹ ਕਰੀ ਜਾਓ, ਆਹ ਕਰੀ ਜਾਓ, ਕਿੰਨੇ ਲੋਕ ਕਰਦੇ ਨੇ, ਗੱਲ ਸੁਣਦੇ ਹੀ ਨਹੀਂ। ਹਜ਼ੂਰ ਕਹਿੰਦੇ ਨੇ ਭਾਈ ਸੰਗਤ ਦੇ ਵਿੱਚ ਸਾਧੂ ਦੇ ਕੋਲ ਬੈਠ ਕੇ ਨਾ ਕਰਮ ਕਾਂਡਾਂ ਤੋਂ ਖੇੜਾ ਛੁੱਟ ਜਾਂਦਾ ਬੰਦੇ ਦਾ, ਉਹਦਾ ਧਿਆਨ ਨਾਮ ਦੇ ਵੱਲ ਹੋ ਜਾਂਦਾ ਹੈ। ਦਰਸ਼ਨ ਭੇਟਤ ਹੋਤ ਨਿਹਾਲ, ਤੇ ਸਾਧੂ ਦੇ ਦਰਸ਼ਨ ਕਰਕੇ ਬੰਦਾ ਨਿਹਾਲ ਹੋ ਜਾਂਦਾ ਹੈ। ਸਾਧ ਕੈ ਸੰਗ ਕਲੂਖਤ ਹਰੈ, ਕਲੂਖਤ ਦਾ ਮਤਲਬ ਪਾਪ, ਗਲਤੀਆਂ ਕਰਨ ਦਾ ਸੁਭਾਅ, ਉਹ ਖਤਮ ਹੋ ਜਾਂਦਾ ਹੈ। ਸਾਧ ਕੈ ਸੰਗ ਨਰਕ ਪਰਹਰੈ, ਬੰਦਾ ਨਰਕਾਂ ਦਾ ਡਰ ਵੀ ਪਰੇ ਸੁੱਟ ਦਿੰਦਾ ਹੈ। ਕਾਹਦਾ ਨਰਕਾਂ ਦਾ ਡਰ? ਫਿਰ ਹਜ਼ੂਰ ਕਹਿੰਦੇ ਨੇ ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ, ਈਹਾਂ ਦਾ ਮਤਲਬ ਆ ਪ੍ਰੈਜ਼ੈਂਟ, ਊਹਾਂ ਜੋ ਅਸੀਂ ਅਜੇ ਵੇਖਿਆ ਹੀ ਨਹੀਂ। ਸਾਡਾ ਫਿਊਚਰ ਡੈਥ ਤੋਂ ਬਾਅਦ ਵੀ ਹੋ ਸਕਦਾ ਹੈ, ਹੋਣ ਵਾਲੀ ਜ਼ਿੰਦਗੀ ਤੋਂ ਬਾਅਦ ਵੀ ਹੋ ਸਕਦਾ ਹੈ, ਇਹ ਸਾਰਾ ਹੀ ਸੌਖਾ ਹੋ ਗਿਆ। ਸਾਧ ਸੰਗ ਬਿਸ਼ਰੁਤ ਹਰ ਮੇਲਾ, ਜਿਹੜਾ ਮਾਲਕ ਸਾਡੇ ਤੋਂ ਵਿਛੜਿਆ ਹੋਇਆ ਹੈ, ਜਿਹਦੇ ਤੋਂ ਅਸੀਂ ਵਿਛੜੇ ਹੋਏ ਹਾਂ, ਹਜ਼ੂਰ ਕਹਿੰਦੇ ਉਹਦੇ ਨਾਲ ਮਿਲਾਪ ਹੋ ਜਾਂਦਾ ਹੈ। ਜੋ ਇੱਛਾ ਸੋਈ ਫਲ ਪਾਵੇ, ਸਾਧੂ ਦੀ ਸੰਗਤ ਦੇ ਵਿੱਚ ਰਹਿ ਕੇ ਬੰਦੇ ਇੰਨੀ ਤਾਕਤ ਵਾਲੇ ਹੋ ਜਾਂਦੇ ਨੇ, ਜੋ ਵੀ ਬੰਦਾ ਇੱਛਦਾ ਹੈ, ਜੋ ਵੀ ਬੰਦਾ ਸੋਚਦਾ ਹੈ, ਉਹ ਫਲ ਪਾ ਲੈਂਦਾ ਹੈ। ਸਾਧ ਕੈ ਸੰਗ ਨਾ ਬਿਰਥਾ ਜਾਵੇ, ਸਾਧੂ ਦੇ ਕੋਲ ਬੈਠਣਾ ਵਿਅਰਥ ਨਹੀਂ ਜਾਂਦਾ। ਇਹ ਨਹੀਂ ਵੀ ਅਸੀਂ ਕਹੀਏ ਜੀ ਉਹਦੇ ਕੋਲ 5 ਮਿੰਟ ਬੈਠੇ ਸੀ ਤੇ ਪਤਾ ਨਹੀਂ ਜ਼ਿੰਦਗੀ 'ਚ ਕੁਝ ਬਣਨਾ ਕਿ ਨਹੀਂ ਬਣਨਾ, ਨਹੀਂ, ਵਿਅਰਥ ਨਹੀਂ ਜਾਂਦਾ। ਮਹਾਰਾਜ ਕਹਿੰਦੇ ਜੇ 1 ਮਿੰਟ ਵੀ ਬੈਠੇ ਆ ਨਾ ਤੇ 1 ਮਿੰਟ ਦਾ ਬੈਠਿਆ ਵੀ ਫਲ ਦੇਵੇਗਾ ਸਾਨੂੰ।
ਇਹਨੂੰ ਕਦੀ ਨਾ ਇਦਾਂ ਸੋਚਣਾ ਵੀ ਗੁਰਦੁਆਰੇ ਆ ਕੇ ਬੈਠੇ ਹਾਂ ਤੇ ਪਤਾ ਨਹੀਂ ਕੁਝ ਹਾਸਲ ਹੋਇਆ ਕਿ ਨਹੀਂ। ਜੋ ਹਾਸਲ ਹੋ ਗਿਆ ਹੈ ਉਹ ਤੁਹਾਨੂੰ ਆਪਣੇ ਟਾਈਮ ਤੇ ਆਪ ਹੀ ਰਿਜ਼ਲਟ ਦੇ ਦੇਵੇਗਾ। ਇਸ ਕਰਕੇ ਸਾਧ ਕੈ ਸੰਗ ਨਾ ਬਿਰਥਾ ਜਾਵੇ, ਪਾਰ ਬ੍ਰਹਮ ਸਾਧ ਰਿਦ ਵਸੈ। ਵਾਹਿਗੁਰੂ ਸਾਧੂ ਦੇ ਦਿਲ ਦੇ ਵਿੱਚ ਵਸਦਾ ਹੈ, ਨਾਨਕ ਉਧਰੈ ਸਾਧ ਸੁਨ ਰਸੈ। ਹਜ਼ੂਰ ਕਹਿੰਦੇ ਨੇ ਬੰਦਾ ਜਿਹੜਾ ਹੈ ਨਾ ਉਹ ਸਾਧੂ ਦੇ ਉਪਦੇਸ਼ ਨੂੰ ਸੁਣ ਕੇ ਤੇ ਪਾਰ ਹੋ ਜਾਂਦਾ ਹੈ। ਸਾਧ ਕੈ ਸੰਗ ਸੁਨੋ ਹਰ ਨਾਉ। ਹੁਣ ਬੇਨਤੀ ਆ ਗਈ ਵੀ ਵਾਹਿਗੁਰੂ ਕਿਰਪਾ ਕਰ ਮੈਂ ਵੀ ਇਹੋ ਜਿਹੇ ਸਾਧੂ ਦੀ ਸੰਗਤ ਦੇ ਵਿੱਚ ਬੈਠ ਕੇ ਤੇ ਨਾਮ ਨੂੰ ਸੁਣਾ, ਸਾਧ ਸੰਗ ਹਰ ਕੇ ਗੁਣ ਗਾਉ। ਮੈਂ ਵੀ ਸੰਗਤ ਦੇ ਵਿੱਚ ਬੈਠਾ ਸਾਧੂ ਦੀ ਤੇ ਹਰੀ ਦੀਆਂ ਗੁਣਾਂ ਨੂੰ ਗਾਵਾਂ। ਸਾਧ ਕੈ ਸੰਗ ਨਾ ਮਨ ਤੇ ਵਿਸਰੈ, ਕਿਉਂਕਿ ਸਾਧੂ ਦੀ ਸੰਗਤ ਦੇ ਵਿੱਚ ਬੈਠ ਕੇ ਰੱਬ ਮਨ ਤੋਂ ਨਹੀਂ ਵਿਸਰਦਾ। ਸਾਧ ਸੰਗ ਸਰ ਪਰ ਨਿਸਤਰੈ, ਬੰਦਾ ਜ਼ਰੂਰ ਪਾਰ ਹੋ ਜਾਂਦਾ ਹੈ। ਸਾਧ ਕੈ ਸੰਗ ਲੱਗੈ ਪ੍ਰਭ ਮੀਠਾ, ਵਾਹਿਗੁਰੂ ਮਿੱਠਾ ਲੱਗਣ ਲੱਗ ਪੈਂਦਾ ਹੈ, ਚੰਗਾ ਲੱਗਣ ਲੱਗ ਪੈਂਦਾ ਹੈ। ਸਾਧੂ ਕੈ ਸੰਗ ਘਟ ਘਟ ਡੀਠਾ, ਉਹ ਤਾਂ ਸਗੋਂ ਹਰ ਸਰੀਰ ਦੇ ਵਿੱਚ ਵਿਆਪਕ ਨਜ਼ਰ ਆਉਂਦਾ ਹੈ। ਹਜ਼ੂਰ ਕਹਿੰਦੇ ਨੇ ਸਾਧ ਸੰਗ ਭਏ ਆਗਿਆਕਾਰੀ, ਸਾਧੂ ਸੰਗਤ ਕੀਤਿਆਂ ਅਸੀਂ ਰੱਬ ਦੇ ਆਗਿਆਕਾਰੀ ਹੋ ਜਾਂਦੇ ਹਾਂ। ਭਾਵ ਜੋ ਰੱਬ ਕਰਦਾ ਹੈ ਨਾ ਸਾਨੂੰ ਚੰਗਾ ਲੱਗਣ ਲੱਗ ਪੈਂਦਾ ਹੈ। ਸਾਧ ਸੰਗ ਗਤ ਭਈ ਹਮਾਰੀ, ਸਾਡੀ ਗਤੀ ਹੋ ਜਾਂਦੀ ਹੈ, ਸਾਡੀ ਅਵਸਥਾ ਉੱਚੀ ਹੋ ਜਾਂਦੀ ਹੈ। ਸਾਧ ਕੈ ਸੰਗ ਮਿਟੇ ਸਭ ਰੋਗ, ਸਾਡੇ ਮਾਨਸਿਕ ਸਾਡੇ ਸਰੀਰਕ ਇਹ ਜਿਹੜੇ ਰੋਗ ਨੇ ਨਾ ਇਹ ਦੂਰ ਹੋ ਜਾਂਦੇ ਨੇ। ਹਜ਼ੂਰ ਦੇ ਬਚਨ ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਪਰ ਇਹੋ ਜਿਹੇ ਸਾਧੂ ਜਿਹੜੇ ਨੇ ਨਾ ਇਹ ਸੰਜੋਗਾਂ ਦੇ ਨਾਲ ਹੀ ਮਿਲਦੇ ਨੇ, ਨਕਲੀ ਤੇ ਬੜੀ ਜਲਦੀ ਮਿਲ ਜਾਂਦੇ ਨੇ। ਹਜ਼ੂਰ ਦੇ ਬਚਨ ਵੇਖੋ, ਸਾਧ ਕੀ ਮਹਿਮਾ ਵੇਦ ਨਾ ਜਾਣੈ। ਵੇਦ ਕੀ ਜਾਣ ਸਕਦੇ ਨੇ ਸਾਧੂ ਦੀ ਮਹਿਮਾ ਦੇ ਬਾਰੇ? ਸਾਧੂ ਦਾ ਜੀਵਨ ਇੰਨਾ ਬੇਅੰਤ ਹੈ, ਕਿਸੇ ਕਿਤਾਬਾਂ ਦੇ ਵਿੱਚ ਨਹੀਂ ਆ ਸਕਦਾ। ਗੁਰੂ ਨਾਨਕ ਨੂੰ ਕੀ ਲਿਖ ਦੇਵਾਂਗੇ ਅਸੀਂ ਕਿਤਾਬਾਂ ਦੇ ਵਿੱਚ? ਉਹ ਤਾਂ ਕਿਤਾਬਾਂ ਤੋਂ ਬਾਹਰ ਬਹੁਤ ਜ਼ਿਆਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜੇਤਾ ਸੁਨਹਿ ਤੇਤਾ ਬਖਿਆਨੈ। ਉਹ ਤੇ ਬਸ ਜੋ ਕੁਝ ਉਹਦੇ ਬਾਰੇ ਸੁਣਦੇ ਨੇ ਭਾਈ ਲਿਖ ਦਿੰਦੇ ਨੇ ਵੀ ਇਦਾਂ ਦਾ ਹੈ। ਮੇਰੇ ਬਾਰੇ ਕੋਈ ਕੁਝ ਸੁਣੇਗਾ ਤੇ ਲਿਖ ਵੀ ਦੇਵੇਗਾ, ਮੈਂ ਕਿਵੇਂ ਦਾ ਹਾਂ ਤੁਹਾਡੇ ਬਾਰੇ ਕਿਸੇ ਨੇ ਕੁਝ ਸੁਣਿਆ ਲਿਖ ਲਵੇਗਾ। ਜੋ ਤੁਸੀਂ ਹੋ ਉਹ ਸਿਰਫ ਤੁਸੀਂ ਹੀ ਜਾਣਦੇ ਹੋ, ਹੋਰ ਕੋਈ ਨਹੀਂ ਜਾਣਦਾ। ਇਸ ਕਰਕੇ ਹਜ਼ੂਰ ਕਹਿੰਦੇ ਸਾਧੂ ਕੀ ਹੈ? ਸੁਣੀ ਸੁਣਾਈ ਗੱਲ ਤੇ ਸਾਰੇ ਕਰ ਦਿੰਦੇ ਨੇ, ਸਾਧੂ ਹੀ ਜਾਣਦਾ ਹੈ ਵੀ ਸਾਧੂ ਕੀ ਹੈ। ਸਾਧ ਕੀ ਉਪਮਾ ਤਿਹ ਗੁਣ ਤੇ ਦੂਰ, ਮਾਇਆ ਦੇ ਤਿੰਨਾਂ ਹੀ ਗੁਣਾਂ ਤੋਂ ਸਾਧੂ ਉੱਪਰ ਹੈ। ਸਾਧ ਕੀ ਉਪਮਾ ਰਹੀ ਭਰਪੂਰ, ਸਾਧੂ ਦੀ ਉਪਮਾ ਸਾਰੇ ਸੰਸਾਰ ਦੇ ਵਿੱਚ ਪਸਰ ਰਹੀ ਹੈ। ਸਾਧ ਕੀ ਸੋਭਾ ਕਾ ਨਾ ਹੀ ਅੰਤ, ਸਾਧੂ ਦੀ ਸੋਭਾ ਦਾ ਅੰਤ ਹੀ ਨਹੀਂ ਹੈ ਵੀ ਅਸੀਂ ਜਿੰਨੀ ਕਰ ਲਈਏ ਓਨੀ ਥੋੜੀ ਹੈ। ਸਾਧ ਕੀ ਸੋਭਾ ਸਦਾ ਬੇਅੰਤ, ਸਾਧੂ ਦੀ ਸੋਭਾ ਹਮੇਸ਼ਾ ਹੀ ਬੇਅੰਤ ਹੈ। ਇਹ ਨਹੀਂ ਵੀ ਮੈਂ ਕਹਾਂ ਜੀ ਮੈਂ ਗੁਰੂ ਨਾਨਕ ਸਾਹਿਬ ਦੀ ਬੜੀ ਤਾਰੀਫ ਕਰ ਲਈ, ਹਜ਼ੂਰ ਕਹਿੰਦੇ ਤੇ ਬੇਅੰਤ ਹੈ। ਸਾਧ ਕੀ ਸੋਭਾ ਊਚ ਤੇ ਉੱਚੀ, ਜਿੰਨੀਆਂ ਮਰਜ਼ੀ ਲੋਕਾਂ ਦੀਆਂ ਤਾਰੀਫਾਂ ਕਰ ਲਓ, ਸਤਿਗੁਰੂ ਕਹਿੰਦੇ ਸਾਧੂ ਦੀ ਤਾਰੀਫ ਕਰਨੀ ਸਾਰੀਆਂ ਤਾਰੀਫਾਂ ਤੋਂ ਚੰਗੀ ਗੱਲ ਹੈ। ਸਾਧ ਕੀ ਸੋਭਾ ਮੂਚ ਤੇ ਮੂਚੀ, ਮੂਚ ਦਾ ਵੀ ਮਤਲਬ ਉੱਚਾ ਹੁੰਦਾ ਹੈ, ਚੰਗਿਆਂ ਤੋਂ ਚੰਗੀ ਹੈ। ਸਾਧ ਕੀ ਸੋਭਾ ਸਾਧ ਬਨ ਆਈ, ਪਰ ਮਹਾਰਾਜ ਕਹਿੰਦੇ ਨੇ ਇਹੋ ਜਿਹੀ ਤਾਰੀਫ ਸਾਧੂ ਦੀ ਹੀ ਕਰਨੀ ਚਾਹੀਦੀ ਹੈ, ਆਮ ਜੇ ਬੰਦੇ ਦੀ ਨਹੀਂ। ਸਾਧ ਕੀ ਸੋਭਾ ਸਾਧ ਬਨ ਆਈ ਹੈ ਤੇ ਭਾਈ ਸਾਧੂ ਨੂੰ ਹੀ ਸੋਹਣੀ ਲੱਗਦੀ ਹੈ। ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਾਧੂ ਦੇ ਵਿੱਚ ਤੇ ਪ੍ਰਭੂ ਦੇ ਵਿੱਚ ਫਰਕ ਨਹੀਂ ਹੈ ਕੋਈ, ਉਹ ਦੋਵੇਂ ਇੱਕੋ ਜਿਹੇ ਹੋ ਜਾਂਦੇ ਨੇ। ਇਸ ਕਰਕੇ ਮਹਾਰਾਜ ਨੇ ਇਹ ਗੱਲ ਬੋਲੀ ਵੀ ਸਾਧੂ ਦੀ ਸੰਗਤ ਦੇ ਵਿੱਚ ਰਿਹਾ ਕੀ ਹੁੰਦਾ ਹੈ, ਸਾਡੀ ਜ਼ਿੰਦਗੀ 'ਚ ਬਦਲਾਅ ਆਉਂਦੇ ਨੇ। ਪਰ ਕਿੱਦਾਂ? ਉਹਨਾਂ ਸਾਧੂਆਂ ਦੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਪਹਿਲਾਂ ਖੁਦ ਬਦਲਿਆ ਹੈ। ਸਾਧ ਨਾਮ ਨਿਰਮਲਤਾ ਕੇ ਕਰਮ। ਆਰੰਭਤਾ ਅਸੀਂ ਇਸ ਗੱਲ ਤੋਂ ਕੀਤੀ ਸੀ ਕਿ ਦੋ ਤਰੀਕਿਆਂ ਦੇ ਸਾਧੂ ਦੇ ਬਾਰੇ ਗੁਰੂ ਸਾਹਿਬ ਨੇ ਗੱਲ ਬੋਲੀ ਹੈ। ਇੱਕ ਸਾਧੂ ਉਹ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਪੜ੍ਹਿਆ, ਜਿਨ੍ਹਾਂ ਦੇ ਲਾਗੇ ਬੈਠ ਕੇ ਸਾਡੀਆਂ ਜ਼ਿੰਦਗੀਆਂ ਬਦਲ ਜਾਂਦੀਆਂ ਨੇ। ਮਹਾਰਾਜ ਬਖਸ਼ਿਸ਼ ਕਰਨ ਇਹੋ ਜਿਹੇ ਸਾਧੂਆਂ ਦੇ ਨਾਲ ਸਾਡੀ ਵਾਰਤਾਲਾਪ ਹੋਵੇ, ਅਸੀਂ ਇਹਨੂੰ ਸਮਝ ਸਕੀਏ। ਸੰਖੇਪ ਜਿਹੇ ਰੂਪ ਦੇ ਵਿੱਚ ਅਸੀਂ ਇਸ ਅਸ਼ਟਪਦੀ ਨੂੰ ਵਿਚਾਰਿਆ ਹੈ। ਸਤਿਗੁਰੂ ਕਿਰਪਾ ਕਰਨ ਆਪ ਜੀ ਦੇ ਚਰਨਾਂ ਦੇ ਵਿੱਚ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।